ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਅਪਾਰ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਰੋਜ਼ ਸਤਸੰਗਤ ਦੀਆਂ ਘੜੀਆਂ ਬਖਸ਼ ਦਿੰਦੇ ਹਨ। ਕੋਟਾਨਕੋਟ ਸ਼ੁਕਰਾਨਾ, ਕੋਟਾਨਕੋਟ ਸ਼ੁਕਰਾਨਾ। ਸੰਗਤ ਜੀ, ਜਿਹੜਾ ਅਸੀਂ ਅੱਜ ਸ਼ਬਦ ਲਿੱਤਾ ਹੈ, ਤੁਖਾਰੀ ਮਹੱਲਾ ਪੰਜਵਾਂ। ਅੰਮ੍ਰਿਤ ਨਾਮ ਸੁਣੀ ਜੈ ਤੇਰਾ, ਕਿਰਪਾ ਕਰੇ ਤਾਂ ਪੀਵਾਂ। ਅੰਮ੍ਰਿਤ ਨਾਮ, ਨਾਮ ਵਾਹਿਗੁਰੂ ਦਾ ਨਾਮ ਜਪਣਾ। ਵਾਹਿਗੁਰੂ ਦਾ ਨਾਮ ਇੱਕ ਐਸਾ ਨਾਮ ਹੈ, ਐਸਾ ਅੰਮ੍ਰਿਤ ਹੈ, ਜਿਹਨੂੰ ਪੀ ਕੇ ਸਾਡਾ ਆਤਮਿਕ ਜੀਵਨ ਉੱਚਾ ਹੋ ਜਾਂਦਾ ਹੈ। ਸੰਗਤ ਜੀ, ਜਿੱਦਾਂ ਸਰੀਰ ਵਾਸਤੇ ਸਾਨੂੰ ਭੋਜਨ ਅਸੀਂ ਕਰਦੇ ਹਾਂ, ਸਾਨੂੰ એનર્ਜੀ ਦੀ ਲੋੜ ਹੈ, ਉਸੇ ਤਰ੍ਹਾਂ ਸਾਡੀ ਆਤਮਾ ਨੂੰ ਵੀ ਭਜਨ ਦੀ ਲੋੜ ਹੁੰਦੀ ਹੈ। ਆਪਣੀ ਆਤਮਾ ਨੂੰ ਉੱਚਾ ਸੁੱਚਾ ਬਣਾਉਣ ਵਾਸਤੇ ਸਾਨੂੰ ਨਾਮ ਬਾਣੀ ਦਾ ਸਹਾਰਾ ਲੈਣਾ ਪੈਂਦਾ ਹੈ। ਨਾਮ ਬਾਣੀ ਸਾਨੂੰ ਜਪਣੀ ਪੈਂਦੀ ਹੈ। ਇਹਦੇ 'ਚ ਪਾਤਸ਼ਾਹ ਲਿਖਦੇ ਨੇ, ਹੇ ਵਾਹਿਗੁਰੂ, ਤੇਰਾ ਨਾਮ ਅੰਮ੍ਰਿਤ ਹੈ। ਤੇਰਾ ਜਿਹੜਾ ਨਾਮ ਹੈ, ਤੇਰਾ ਨਾਮ ਰੂਪੀ ਅੰਮ੍ਰਿਤ, ਇਹ ਤੂੰ ਮੇਰੇ ਤੇ ਕਿਰਪਾ ਕਰ ਪਾਤਸ਼ਾਹ, ਮੇਰੇ ਤੇ ਇੰਨੀ ਮਿਹਰ ਕਰ ਕਿ ਮੇਰੀ ਝੋਲੀ 'ਚ ਆਪਣਾ ਨਾਮ ਪਾ ਦੇ। ਇਹ ਆਪਣਾ ਅੰਮ੍ਰਿਤ ਰੂਪੀ ਨਾਮ ਤੂੰ ਮੇਰੀ ਝੋਲੀ 'ਚ ਪਾ ਦੇ। ਤੇਰੀ ਕਿਰਪਾ ਹੋਏਗੀ ਤਾਂ ਹੀ ਮੈਂ ਪੀ ਸਕਦਾ। ਤੇਰੀ ਕਿਰਪਾ ਤੋਂ ਬਗੈਰ ਮੈਂ ਨਾਮ ਨਹੀਂ ਜਪ ਸਕਦਾ। ਤੇਰੀ ਕਿਰਪਾ ਤੋਂ ਬਗੈਰ ਮੈਂ ਬਾਣੀ ਨਹੀਂ ਪੜ੍ਹ ਸਕਦਾ। ਤੇਰੀ ਕਿਰਪਾ ਤੋਂ ਬਗੈਰ ਮੇਰਾ ਉਧਾਰ ਨਹੀਂ ਹੋ ਸਕਦਾ। ਹੇ ਸੱਚੇ ਪਾਤਸ਼ਾਹ, ਮੇਰੇ ਤੇ ਇੰਨੀ ਕਿਰਪਾ ਕਰ ਕਿ ਆਪਣਾ ਨਾਮ ਰੂਪੀ ਅੰਮ੍ਰਿਤ ਇਹ ਮੇਰੀ ਝੋਲੀ 'ਚ ਪਾ। ਮੇਰੇ ਤੇ ਕਿਰਪਾ ਕਰ ਕਿ ਮੈਂ ਨਾਮ ਰੂਪੀ ਅੰਮ੍ਰਿਤ ਮੈਂ ਤੇਰਾ ਪੀ ਸਕਾਂ। ਦਰਸ਼ਨ ਤੇਰੇ ਸੁਣ ਪ੍ਰਭ ਮੇਰੇ, ਨਿਮਖ ਦ੍ਰਿਸ਼ਟ ਪੇਖ ਜੀਵਾਂ। ਤੇਰੇ ਦਰਸ਼ਨਾਂ ਦੀ ਮੈਨੂੰ ਬੜੀ ਤਾਂਗ ਹੈ। ਹੇ ਪਾਤਸ਼ਾਹ, ਚਾਹੇ ਤੂੰ ਨਿਮਖ ਜਿੰਨੀ, ਚਾਹੇ ਤੂੰ ਇੱਕ ਅੱਖ ਝਮਕਣ ਜਿੰਨੀ ਦੇਰ ਵਾਸਤੇ ਤੂੰ ਮੈਨੂੰ ਦਰਸ਼ਨ ਦੇ ਦੇ, ਚਾਹੇ ਤੂੰ ਇੱਕ ਨਿਮਖ ਜਿੰਨੀ ਦਇਆ ਭਰੀ ਦ੍ਰਿਸ਼ਟੀ ਮੇਰੇ ਉੱਤੇ ਪਾ ਦੇ। ਮੇਰੇ ਓਨੀ ਸਿਰਫ ਇੱਕ ਸੈਕਿੰਡ, ਸੰਗਤ ਜੀ, ਅੱਖ ਝਮਕਣਾ ਨਿਮਕ ਸਮੇਂ ਇਹ ਹੈਗਾ, ਜਿੰਨਾ ਸਮੇਂ ਲੱਗਦਾ ਸਾਨੂੰ ਇੱਕ ਵਾਰੀ ਅੱਖ ਝਮਕਣ ਤੇ, ਫ੍ਰੈਕਸ਼ਨ ਆਫ ਅ ਸੈਕਿੰਡ ਹੁੰਦਾ ਹੈ। ਕਿ ਹੇ ਵਾਹਿਗੁਰੂ, ਜੇ ਤੂੰ ਨਿਮਕ ਜਿੰਨੀ ਵੀ ਦ੍ਰਿਸ਼ਟੀ ਸਾਡੇ ਤੇ ਤੂੰ ਪਾ ਦੇਂਗਾ ਨਾ, ਮੇਰਾ ਤੇ ਉਹਦੇ ਵਿੱਚ ਹੀ ਉਧਾਰਾ ਹੋ ਜਾਣਾ ਹੈ, ਉਹਦੇ ਵਿੱਚ ਹੀ ਮੇਰਾ ਜਨਮ ਸਫਲਾ ਹੋ ਜਾਣਾ ਹੈ। ਜੇ ਤੂੰ ਨਿਮਕ ਜਿੰਨੇ ਵੀ ਦਰਸ਼ਨ ਮੈਨੂੰ ਤੂੰ ਦੇ ਦੇਂਗਾ ਨਾ, ਉਹਦੇ ਵਿੱਚ ਹੀ ਤੂੰ ਮੇਰਾ ਉਧਾਰ ਹੋ ਜਾਣਾ ਹੈ। ਸੰਗਤ ਜੀ, ਅਗਰ ਗੁਰੂ ਮਿਹਰ ਭਰੀ ਇੱਕ ਦ੍ਰਿਸ਼ਟੀ, ਇੱਕ ਸੈਕਿੰਡ ਦੀ ਦ੍ਰਿਸ਼ਟੀ ਵੀ ਪਾ ਦੇ ਨਾ, ਉਹਦੇ ਨਾਲ ਹੀ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ। ਦਰਸ਼ਨ ਤੇਰੇ ਸੁਣ ਪ੍ਰਭ ਮੇਰੇ, ਨਿਮਖ ਦ੍ਰਿਸ਼ਟ ਪੇਖ ਜੀਵਾਂ। ਕਿ ਮੇਰਾ ਤੇ ਇਹ ਜੀਣਾ ਸਫਲਾ ਹੋ ਜਾਏ, ਮੇਰਾ ਇੱਥੇ ਧਰਤੀ ਤੇ ਆਇਆ ਮੇਰਾ ਜੀਣਾ ਸਫਲਾ ਹੋ ਜਾਏ। ਜੇ ਤੂੰ ਹੈ ਮੇਰੇ ਸੱਚੇ ਪਾਤਸ਼ਾਹ, ਜੇ ਨਿਮਖ ਜਿੰਨੀ ਵੀ ਤੂੰ ਮੇਰੇ ਉੱਤੇ ਦਇਆ ਭਰੀ ਦ੍ਰਿਸ਼ਟੀ ਪਾ ਦੇ, ਜੇ ਨਿਮਖ ਜਿੰਨੇ ਵੀ ਤੂੰ ਮੈਨੂੰ ਆਪਣੇ ਦਰਸ਼ਨ ਦੀਦਾਰੇ ਦੇ ਦੇ। ਸ਼ਬਦ ਸ਼ੁਰੂ ਹੁੰਦਾ ਹੈ, ਇਹ ਤਨ ਮਨ ਤੇਰਾ ਸਭ ਗੁਣ ਦੇਰੇ। ਸੰਗਤ ਜੀ, ਅਸੀਂ ਸਵੇਰੇ ਉੱਠਦੇ ਹਾਂ ਜਾਂ ਸਾਰੇ ਦਿਨ 'ਚ ਅਸੀਂ ਕਿੰਨੇ ਕਾਰਜ ਕਰਦੇ ਹਾਂ, ਪਰ ਇੱਕ ਵਾਰੀ ਵੀ ਅਸੀਂ ਆਪਣੇ ਇਸ ਸਰੀਰ ਦਾ ਸ਼ੁਕਰਾਨਾ ਨਹੀਂ ਕਰਦੇ ਕਿ ਹੇ ਮੇਰੇ ਪਰਮਾਤਮਾ, ਤੂੰ ਇਹ ਸਾਨੂੰ ਇੰਨਾ ਸੋਹਣਾ ਸਰੀਰ ਦਿੱਤਾ ਹੈ, ਇਹਦਾ ਸ਼ੁਕਰਾਨਾ ਪਰਮਾਤਮਾ। ਤੂੰ ਸਾਨੂੰ ਦੋ ਅੱਖਾਂ ਦਿੱਤੀਆਂ ਨੇ, ਤੇਰੀ ਇਹ ਰਚੀ ਹੋਈ ਰਚਨਾ, ਇਹ ਰਚਿਆ ਹੋਇਆ ਜੱਗ, ਇਹ ਰਚਿਆ ਹੋਇਆ ਸੰਸਾਰ, ਅਸੀਂ ਇਹ ਤੇਰੀ ਦੇਣ ਦੀ ਖਾਤਰ ਦੇਖ ਰਹੇ ਹਾਂ। ਸਾਨੂੰ ਰਸਨਾ ਦਿੱਤੀ ਹੈ ਪਾਤਸ਼ਾਹ। ਅਸੀਂ ਦਿਨ 'ਚ ਕਿੰਨੀਆਂ ਗੱਲਾਂ ਕਰਦੇ ਹਾਂ, ਕਿੰਨੀਆਂ ਗੱਲਾਂ ਅਸੀਂ ਕਰਦੇ ਹਾਂ। ਅਸੀਂ ਹਸੀ ਮਜ਼ਾਕ ਵੀ ਕਰਦੇ ਹਾਂ, ਅਸੀਂ ਵਾਹਿਗੁਰੂ ਦੀ ਸਿਫਤ ਸਲਾਹ ਵੀ ਕਰਦੇ ਹਾਂ। ਜੋ ਸਾਨੂੰ ਗੱਲਾਂ ਕਰਨ ਤੋਂ ਵਰਜਿਤ ਕੀਤਾ ਹੈ, ਪਾਤਸ਼ਾਹ ਨੇ ਮਨਾ ਕੀਤਾ ਹੈ, ਅਸੀਂ ਉਹ ਵੀ ਕਰਦੇ ਹਾਂ। ਪਰ ਅਸੀਂ ਇੱਕ ਸੈਕਿੰਡ ਵਾਸਤੇ ਵੀ ਨਹੀਂ ਸੋਚਦੇ ਕਿ ਇਹ ਰਸਨਾ ਕਿਹਦੀ ਦੇਣ ਹੈ। ਇਹ ਪਰਮਾਤਮਾ ਦੀ ਦੇਣ ਹੈ। ਸਾਡੇ ਮਨ 'ਚ ਕਦੀ ਖਿਆਲ ਨਹੀਂ ਆਉਂਦਾ।
ਤੇ ਇੱਥੇ ਪਾਤਸ਼ਾਹ ਲਿਖਦੇ ਨੇ, ਇਹੋ ਤਨ ਮਨ ਤੇਰਾ, ਇਹ ਤਨ ਵੀ ਤੇਰਾ ਦਿੱਤਾ ਹੋਇਆ ਹੈ, ਇਹ ਮਨ ਵੀ ਤੇਰਾ ਦਿੱਤਾ ਹੋਇਆ ਹੈ ਪਾਤਸ਼ਾਹ। ਔਰ ਮੇਰੇ ਅੰਦਰ ਸਭ ਗੁਣ ਤੇਰੇ। ਇਹ ਪਾਤਸ਼ਾਹ ਜਿਹੜੇ ਅੰਦਰ ਵੀ ਮੇਰੇ ਗੁਣ ਨੇ ਨਾ, ਜਿਹੜੇ ਮੇਰੇ ਅੰਦਰ ਥੋੜੇ ਬਹੁਤ ਇੱਕ ਦੋ ਗੁਣ ਨੇ ਨਾ, ਉਹ ਵੀ ਤੇਰੇ ਹੀ ਬਖਸ਼ੇ ਹੋਏ ਨੇ। ਉਹ ਵੀ ਤੇਰੀ ਕਿਰਪਾ ਹੈ ਪਾਤਸ਼ਾਹ, ਉਹ ਵੀ ਤੇਰੇ ਹੀ ਬਖਸ਼ੇ ਹੋਏ ਨੇ ਮੇਰੇ ਅੰਦਰ। ਜੇ ਇੱਕ ਦੋ ਕੁਛ ਵੀ ਗੁਣ ਹੈਗੇ ਨੇ ਨਾ, ਉਹ ਤੇਰੇ ਹੀ ਬਖਸ਼ੇ ਹੋਏ ਨੇ ਪਾਤਸ਼ਾਹ। ਖਨੀਏ ਵੰਜਾ ਦਰਸ਼ਨ ਤੇਰੇ। ਪਾਤਸ਼ਾਹ ਮੈਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਣਾ, ਮੈਂ ਤੇਰੇ ਤੋਂ ਬਲਿਹਾਰੀ ਜਾਣਾ ਹੈ ਪਾਤਸ਼ਾਹ। ਤੂੰ ਸਾਨੂੰ ਇੰਨਾ ਸੋਹਣਾ ਸਰੀਰ ਦਿੱਤਾ ਹੈ, ਇਹ ਮਨ ਦਿੱਤਾ ਹੈ, ਇਹ ਪਾਤਸ਼ਾਹ ਹੁਣ ਤੂੰ ਇਹ ਵੀ ਕਿਰਪਾ ਕਰ ਦੇ, ਇਹ ਇੰਨੀ ਜੀ ਵੀ ਕਿਰਪਾ ਕਰ ਦੇ ਕਿ ਮੈਂ ਤੇਰਾ ਨਾਮ ਜਪ ਸਕਾਂ। ਅੰਮ੍ਰਿਤ ਨਾਮ ਕਿਰਪਾ ਕਰੇ ਤਾਂ ਪੀਵਾਂ। ਕਿਰਪਾ ਨਾ ਇਹ ਕੀ ਹੈ ਕਿ ਤੇਰੀ ਕਿਰਪਾ ਹੋਏਗੀ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹੈ ਪਾਤਸ਼ਾਹ। ਕਿਹਦਾ ਸੰਗਤ ਜੀ ਦਿਲ ਨਹੀਂ ਕਰਦਾ, ਪਰ ਕਈ ਵਿੱਚ ਇਹੋ ਜਿਹੇ ਨੇ ਜਿਹੜੇ ਕਿ ਪਰਮਾਤਮਾ ਨੂੰ ਵੀ ਨਹੀਂ ਮੰਨਦੇ। ਪਰ ਜਿਹੜੇ ਪਰਮਾਤਮਾ ਨੂੰ ਮੰਨਦੇ ਨੇ ਨਾ ਸੰਗਤ ਜੀ, ਉਹ ਚਾਹੇ ਨਾਮ ਜਪਣ ਚਾਹੇ ਨਾ ਜਪਣ, ਉਹਨਾਂ ਦੇ ਮਨ 'ਚ ਲਾਲਸਾ ਜ਼ਰੂਰ ਹੋਏਗੀ, ਸਾਨੂੰ ਨਾ ਇੱਕ ਵਾਰੀ ਪਰਮਾਤਮਾ ਦੇ ਦਰਸ਼ਨ ਹੋ ਜਾਣ, ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣ। ਕਈ ਭਗਤ ਇਹੋ ਜਿਹੇ ਨੇ ਜਿਹੜੇ ਕਿ ਨਾਮਦਾਨ ਮੰਗਦੇ ਨੇ, ਔਰ ਪੂਰਾ ਸਿੱਖ ਜਗਤ ਅਰਦਾਸ ਦੇ ਵਿੱਚ ਰੋਜ਼ ਮੰਗਦਾ ਹੈ ਨਾਮਦਾਨ, ਨਾਮਦਾਨ ਰੋਜ਼ ਮੰਗਦਾ ਹੈ। ਪਰ ਇਹ ਕਿਰਪਾ ਹੋਏਗੀ ਵਾਹਿਗੁਰੂ ਦੀ ਤਾਂ ਹੀ ਅਸੀਂ ਨਾਮ ਸਿਮਰ ਸਕਦੇ ਹਾਂ, ਨਹੀਂ ਤੇ ਅਸੀਂ ਨਾਮ ਨਹੀਂ ਸਿਮਰ ਸਕਦੇ। ਆਸ ਪਿਆਸੀ ਪਿਰ ਕਹਿ ਤਾਈ, ਪਿਰ ਪਰਮਾਤਮਾ, ਪਤੀ ਪਰਮੇਸ਼ਵਰ ਪਰਮਾਤਮਾ। ਆਸ ਪਿਆਸੀ ਪਿਰ ਕੇ ਤਾਈ, हे ਮੇਰੇ ਸੱਚੇ ਪਾਤਸ਼ਾਹ, ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ, ਮੈਨੂੰ ਤੇਰੇ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ। ਕਿਸ ਤਰ੍ਹਾਂ ਦੀ ਤਾਂਘ ਲੱਗੀ ਹੋਈ ਹੈ? ਜਿਉਂ ਚਾਤਰਿਕ ਬੁੰਦੇਰੇ, ਜਿਸ ਤਰ੍ਹਾਂ ਇੱਕ ਚਾਤਰਿਕ ਬੂੰਦ ਦੀ ਤਾਂਘ ਦੇ ਵਿੱਚ ਮੂੰਹ ਖੋਲ ਕੇ ਉਹ ਕਰਦਾ ਰਹਿੰਦਾ ਨਾ, ਪ੍ਰਿਉ ਕਰਦਾ ਰਹਿੰਦਾ ਹੈ ਕਿ हे ਪਰਮਾਤਮਾ ਮੇਰੇ ਮੁਖ ਦੇ ਵਿੱਚ ਇੱਕ ਬੂੰਦ ਪਾ ਦੇ, ਇੱਕ ਬਾਰਿਸ਼ ਦੀ ਮੇਰੇ ਮੂੰਹ ਦੇ ਵਿੱਚ ਇੱਕ ਬੂੰਦ ਪਾ ਦੇ। ਉਹੀ ਪਾਣੀ ਪੀਂਦਾ ਹੈ ਜੋ ਉਹਦੇ ਮੁਖ 'ਚ ਪਾਣੀ ਬਰਸਾਤ ਦੀ ਬੂੰਦ ਚਲੀ ਜਾਂਦੀ ਹੈ। ਜਿਸ ਤਰ੍ਹਾਂ ਉਹ ਤੰਗ ਕਰਦਾ ਰਹਿੰਦਾ ਹੈ ਕਿ ਬਾਰਿਸ਼ ਆਏ ਮੇਰੇ ਮੂੰਹ ਦੇ ਅੰਦਰ ਬੂੰਦ ਪੈ ਜਾਏ ਬਾਰਿਸ਼ ਦੀ, ਪਰਮਾਤਮਾ ਇਹੀ ਚਾਤਰਿਕ ਜਿਵੇਂ ਹੀ ਪਿਆਸ ਮੈਨੂੰ ਲੱਗੀ ਹੋਈ ਹੈ, ਮੈਨੂੰ ਤੂੰ ਆਪਣੇ ਦੀਦਾਰੇ ਬਖਸ਼ ਪਾਤਸ਼ਾਹ। ਕਹੋ ਨਾਨਕ ਜਿਹੜਾ ਬਲਿਹਾਰੀ ਦੇਹ ਦਰਸ ਪ੍ਰਭ ਮੇਰੇ, ਕਿ ਪਾਤਸ਼ਾਹ ਮੈਂ ਤੇਰੇ ਤੋਂ ਜਿਹੜਾ ਬਲਿਹਾਰੀ, ਮੈਂ ਜਿੰਦ ਜਾਨ ਤੋਂ ਤੇਰੇ ਤੇ ਬਲਿਹਾਰ ਜਾਣਾ ਹੈ, ਮੈਂ ਜਿੰਦ ਜਾਨ ਤੇਰੇ ਤੋਂ ਵਾਰ ਦਿਨਾ ਹੈ। ਤੂੰ ਮੈਨੂੰ ਆਪਣੇ ਦਰਸ਼ਨ ਬਖਸ਼ ਤੇ ਪਾਤਸ਼ਾਹ, ਮੈਨੂੰ ਆਪਣੇ ਇੱਕ ਵਾਰੀ ਇੱਕ ਨਿਮਖ ਜਿੰਨੇ ਆਪਣੇ ਤੂੰ ਦਰਸ਼ਨ ਬਖਸ਼ ਤੇ ਇੱਕ ਨਿਮਖ ਜਿੰਨੇ ਤੂੰ ਮੇਰੇ ਤੇ ਕਿਰਪਾ ਕਰ, ਮੇਰੇ ਤੇ ਦਇਆ ਭਰੀ ਦ੍ਰਿਸ਼ਟੀ ਪਾ ਦੇ। ਸੰਗਤ ਜੀ ਇਹੀ ਦਇਆ ਭਰੀ ਦ੍ਰਿਸ਼ਟੀ ਤੰਗ ਕਰ ਰਹੇ ਨੇ ਤਲਵੰਡੀ ਵਾਸੀ। ਪਾਤਸ਼ਾਹ ਨੇ ਕਿੰਨਾ ਨੂੰ ਉਪਦੇਸ਼ ਦੇਤੇ ਜਦੋਂ ਪਾਤਸ਼ਾਹ ਤਲਵੰਡੀ ਗਏ, ਕਿਉਂਕਿ ਜਦੋਂ ਦੇ ਪਾਤਸ਼ਾਹ ਤਲਵੰਡੀ ਤੋਂ ਸੁਲਤਾਨਪੁਰ ਗਏ ਸੀ ਨਾ, ਪਾਤਸ਼ਾਹ ਮੁੜ ਵਾਪਸ ਤਲਵੰਡੀ ਨਹੀਂ ਆਏ ਸੀ। ਹੁਣ ਤਲਵੰਡੀ ਵਾਪਸ ਆਏ ਨੇ ਜਦੋਂ ਪਾਤਸ਼ਾਹ ਦਾ ਵਿਆਹ ਹੋਇਆ ਹੈ ਮਾਤਾ ਸੁਲੱਖਣੀ ਜੀ ਦੇ ਨਾਲ। ਪਾਤਸ਼ਾਹ ਤਲਵੰਡੀ ਆਏ ਨੇ ਔਰ ਤਲਵੰਡੀ ਦੇ ਵਿੱਚ ਆ ਕੇ ਪਾਤਸ਼ਾਹ ਨੇ ਪਾਂਧਾ ਜੀ ਨੂੰ, ਮੌਲਵੀ ਜੀ ਨੂੰ, ਕੀ ਕਹਿੰਦੇ ਨੇ ਉਹਨਾਂ ਨੂੰ, ਵੈਦ ਜੀ ਨੂੰ ਇਹਨਾਂ ਨੇ ਉਪਦੇਸ਼ ਦਿੱਤੇ। ਔਰ ਉਹ ਕੀ ਮੰਗਦੇ ਸੀ? ਉਹਨਾਂ ਕੋ ਉਪਦੇਸ਼ ਮੰਗਦੇ ਸੀ ਕਿ हे ਸੱਚੇ ਪਾਤਸ਼ਾਹ, ਹਰਦਿਆਲ ਜੀ ਕੀ ਕਹਿੰਦੇ ਸੀ ਪੁਰੋਹਿਤ ਜੀ ਕਿ ਮੈਂ ਜਦੋਂ ਮੈਂ ਤੁਹਾਡੇ ਦਰਸ਼ਨ ਪਹਿਲੀ ਵਾਰ ਕੀਤੇ ਨਾ, ਮੈਂ ਤੇ ਜਾ ਕੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਸੀ ਕਿ हे ਪ੍ਰਭੂ ਮੇਰੀ ਇੰਨੀ ਲੰਬੀ ਉਮਰ ਕਰ ਦੇਈ ਕਿ ਮੈਂ ਇਹਨਾਂ ਦੀਆਂ ਲੀਲਾਵਾਂ ਆਪਣੇ ਅੱਖੀ ਦੇਖ ਸਕਾਂ। ਹੁਣ ਮੈਂ ਪਾਤਸ਼ਾਹ ਤੁਹਾਡੀਆਂ ਮੈਂ ਲੀਲਾਵਾਂ ਆਪਣੀ ਅੱਖੀ ਦੇਖ ਸਕ ਰਿਹਾ ਹਾਂ, ਤੇ ਮੈਨੂੰ ਨਾਮਦਾਨ ਬਖਸ਼ੋ, ਮੈਨੂੰ ਮੁਕਤੀ ਬਖਸ਼ੋ। ਤੇ ਸੰਗਤ ਜੀ ਇਹੀ ਨਾਮ ਪਾਤਸ਼ਾਹ ਦੇ ਕੋਲੋਂ
ਇਹ ਲੈ ਕੇ ਗਏ ਵੈਦ ਜੀ, ਮੌਲਾਨਾ ਜੀ, ਪਾਂਧਾ ਜੀ, ਪੁਰੋਹਿਤ ਜੀ, ਜਿਹੜੇ ਜਿਨ੍ਹਾਂ ਤੇ ਥੋੜੀ ਥੋੜੀ ਕਿਰਪਾ ਪਾਤਸ਼ਾਹ ਨੇ ਪਹਿਲਾਂ ਹੀ ਬਚਪਨ 'ਚ ਕੀਤੀ ਹੋਈ ਸੀ। ਹੁਣ ਸੰਗਤ ਜੀ ਤਲਵੰਡੀ 'ਚ ਪਾਤਸ਼ਾਹ ਵਿਚਰ ਰਹੇ ਨੇ, ਔਰ ਤਲਵੰਡੀ 'ਚ ਤੇ ਬਚਪਨ 'ਚ ਹੀ ਪਾਤਸ਼ਾਹ ਦਾ ਜਸ ਕਿੰਨਾ ਸੀ। ਸਾਰੇ ਉਹਨਾਂ ਦੇ ਮੁਖ ਤੋਂ ਬਚਨ ਸੁਣਨਾ ਚਾਹੁੰਦੇ ਸੀ, ਸਾਰੇ ਉਹਨਾਂ ਦੇ ਮੁਖ ਤੋਂ ਕਥਾਵਾਂ ਸੁਣਦੇ ਹੁੰਦੇ ਸੀ, ਪ੍ਰਭੂ ਦੀਆਂ ਗੱਲਾਂ ਸੁਣਦੇ ਹੁੰਦੇ ਸੀ, ਬਾਣੀ ਸੁਣਦੇ ਹੁੰਦੇ ਸੀ। ਹੁਣ ਪਾਤਸ਼ਾਹ ਦੇ ਤੇ ਸੁਲਤਾਨਪੁਰ ਤੋਂ ਵੀ ਜਸ ਬੜਾ ਸੁਣਾਈ ਦਿੱਤਾ ਜਾ ਰਿਹਾ ਸੀ ਕਿ ਉੱਥੇ ਤੇ ਪਾਤਸ਼ਾਹ ਦਾਨ ਬੜਾ ਕਰਦੇ ਨੇ। ਔਰ ਪਾਤਸ਼ਾਹ ਜਦੋਂ ਵਿਆਹ ਕੇ ਹੁਣ ਤਲਵੰਡੀ ਆਏ ਨੇ, ਸਾਰਿਆਂ ਦੇ ਵਿੱਚ ਹੁਣ ਤਲਵੰਡੀ ਵਿਚਰ ਰਹੇ ਨੇ, ਸਾਰੇ ਤਲਵੰਡੀ ਵਾਸੀ ਬੜੇ ਖੁਸ਼ ਨੇ। ਤਲਵੰਡੀ ਬੜੀ ਖੁਸ਼ਹਾਲ ਹੈ, ਸ਼ਾਂਤੀਪੂਰਵਕ ਵਾਤਾਵਰਣ ਫੈਲਿਆ ਹੋਇਆ ਹੈ। ਸੰਗਤ ਜੀ ਸਾਰੇ ਪਾਤਸ਼ਾਹ ਦੀ ਸਿਫਤ ਸਲਾਹ ਕਰਦੇ ਨੇ, ਇੱਕ ਦੂਜੇ ਨੂੰ ਪੁੱਛਦੇ ਨੇ, ਤੁਸੀਂ ਨਾਨਕ ਜੀ ਦੇ ਦਰਸ਼ਨ ਕੀਤੇ, ਤੁਸੀਂ ਪਾਤਸ਼ਾਹ ਦੇ ਦਰਸ਼ਨ ਕੀਤੇ? ਉਹ ਆਏ ਹੋਏ ਨੇ, ਬੜੇ ਕੋਮਲ ਸੁਭਾਅ ਦੇ ਨੇ, ਬੜੇ ਕੋਮਲ ਸੁਭਾਅ ਦੇ ਨੇ, ਬੜੇ ਸੰਤ ਸਰੂਪ ਨੇ, ਬੜੇ ਸੰਤਾਂ ਵਾਲਾ ਸੁਭਾਅ ਹੈ ਉਹਨਾਂ ਦਾ। ਉਹਨਾਂ ਦੇ ਦਰਸ਼ਨ ਕਰਕੇ ਤੇ ਚਿੱਤ ਨੂੰ ਠੰਡ ਹੀ ਪੈ ਜਾਂਦੀ ਹੈ। ਸਭ ਇੱਕ ਦੂਜੇ ਨੂੰ ਪੁੱਛਦੇ ਨੇ, ਔਰ ਜਿਹੜਾ ਨਹੀਂ ਗਿਆ ਨਾ, ਜਿਹਨੇ ਪਾਤਸ਼ਾਹ ਦੇ ਦਰਸ਼ਨ ਕੀਤੇ, ਜਾਓ ਜਾ ਕੇ ਤੁਸੀਂ ਉਹਨਾਂ ਦੇ ਦਰਸ਼ਨ ਕਰਕੇ ਆਓ, ਇੰਨੇ ਦਿਆਲੂ ਨੇ, ਇੰਨੇ ਦਇਆਵਾਨ ਨੇ। ਔਰ ਫਿਰ ਸਾਰੇ ਕੀ ਕਹਿੰਦੇ ਨੇ ਹੁਣ ਤੇ ਉਹਨਾਂ ਦਾ ਸਰੂਪ ਕਿੰਨਾ ਸੁੰਦਰ ਨਿਕਲਿਆ ਹੈ, ਹੁਣ ਤੇ ਜਵਾਨ ਹੋਏ ਨੇ, ਮੁਖੜੇ ਤੇ ਦਾੜਾ ਪ੍ਰਕਾਸ਼ਿਤ ਹੈ, ਕਿੰਨੇ ਸੁੰਦਰ ਲੱਗਦੇ ਨੇ। ਕਹਿੰਦੇ ਨੇ ਉਹਨਾਂ ਦਾ ਸਿਰਫ ਤਨ ਹੀ ਸੁੰਦਰ ਨਹੀਂ ਹੈ, ਉਹ ਮਨ ਤੋਂ ਵੀ ਕਰਕੇ ਬੜੇ ਸੁੰਦਰ ਨੇ। ਸੁਣਿਓ ਤੇ ਦਾਨ ਬੜਾ ਦਿੰਦੇ ਨੇ, ਉਹ ਤੇ ਬੜੀ ਉਹ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉਹ ਤੇ ਸੰਤ ਸਰੂਪ ਨੇ। ਪਰ ਜਿਹੜੇ ਸੰਗਤ ਜੀ ਜਿਹੜੇ ਉੱਥੇ ਗਿਆਨਵਾਨ ਪੁਰਸ਼ ਨੇ ਨਾ, ਉਹ ਪਾਤਸ਼ਾਹ ਦੀਆਂ ਗੱਲਾਂ ਕਰਦੇ ਨੇ, ਕਹਿੰਦੇ ਵਿਸ਼ੇ ਵਿਕਾਰਾਂ ਦਾ ਤੇ ਉਹਨਾਂ ਦੇ ਉੱਤੇ ਪਰਛਾਵਾਂ ਹੀ ਨਹੀਂ ਪਿਆ, ਵਿਸ਼ੇ ਵਿਕਾਰਾਂ ਦਾ ਤੇ ਉਹਨਾਂ ਦੇ ਉੱਤੇ ਪਰਛਾਵਾਂ ਹੀ ਨਹੀਂ ਪਿਆ। ਔਰ ਉਹਨਾਂ ਦੇ ਮਨ ਦੇ ਵਿੱਚ ਤੇ ਕੋਈ ਵੀ ਹਉਮੈ ਦੀ, ਹੰਕਾਰ ਦੀ ਜੜ ਤੱਕ ਨਹੀਂ ਹੈਗੀ। ਸੰਗਤ ਜੀ ਜੜ ਸਾਡੇ ਮਨਾਂ 'ਚ ਹੈ, ਸਾਡੇ ਮਨ ਦੇ ਵਿੱਚ ਇਹ ਵਿਕਾਰਾਂ ਦੇ ਨਾ ਪੌਦੇ, ਇਹ ਵਿਕਾਰ ਜਿਹੜੇ ਨੇ ਨਾ, ਇਹ ਪਨਪਦੇ ਰਹਿੰਦੇ ਨੇ। ਅਸੀਂ ਉੱਪਰੋਂ ਇਹ ਕੱਟ ਦਿੰਨੇ ਆ, ਜਿਹੜੇ ਵਿਕਾਰਾਂ ਦੇ ਪੌਦੇ ਉੱਪਰੋਂ ਉਗਦੇ ਨੇ ਨਾ, ਅਸੀਂ ਉੱਪਰੋਂ ਮਤਲਬ ਕਿ ਅਸੀਂ ਮੁਖ ਤੋਂ ਤੇ ਕਹਿ ਦਿੰਨੇ ਆ ਕਿ ਅਸੀਂ ਕਿਸੇ ਨਾਲ ਕ੍ਰੋਧ ਨਹੀਂ ਕਰਦੇ, ਅਸੀਂ ਕਿਸੇ ਦੀ ਨਿੰਦਾ ਨਹੀਂ ਕਰਦੇ, ਪਰ ਫਿਰ ਜਿਹੜੀਆਂ ਜੜ੍ਹਾਂ ਸਾਡੇ ਮਨ ਦੇ ਅੰਦਰ ਪਈਆਂ ਹੋਈਆਂ ਨੇ ਨਾ, ਉਹ ਫਿਰ ਪੁੰਗਰ ਜਾਂਦੀਆਂ ਨੇ। ਥੋੜਾ ਜਿਹਾ ਵੀ ਕੋਈ ਗੱਲ ਹੁੰਦੀ ਹੈ, ਸਮਾਂ ਬੀਤਦਾ ਹੈ, ਕੋਈ ਉੱਚਾ ਨੀਵਾਂ ਸਮੇਂ ਆ ਜਾਂਦਾ, ਉਹ ਜੜ੍ਹਾਂ ਫਿਰ ਪੁੰਗਰ ਜਾਂਦੀਆਂ ਨੇ, ਫਿਰ ਸਾਨੂੰ ਕ੍ਰੋਧ ਆ ਜਾਂਦਾ ਹੈ, ਫਿਰ ਸਾਨੂੰ ਦੂਜੇ ਨਾਲ ਈਰਖਾ ਹੋ ਜਾਂਦੀ ਹੈ। ਇਹ ਜਿਹੜੀਆਂ ਵਿਕਾਰਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਨਾ, ਇਹ ਸਾਡੇ ਮਨ ਦੇ ਵਿੱਚ ਜੜ੍ਹਾਂ ਨੇ ਘਰ ਕੀਤਾ ਹੋਇਆ ਹੈ। ਜਿਹੜੇ ਮਨੁੱਖ ਉੱਥੇ ਗਿਆਨਵਾਨ ਮਨੁੱਖ ਸੀਗੇ ਨਾ ਤਲਵੰਡੀ, ਉਹ ਕਹਿੰਦੇ ਨੇ ਵਿਸ਼ੇ ਵਿਕਾਰਾਂ ਦਾ ਤੇ ਇਹਨਾਂ ਦੇ ਉੱਤੇ ਪਰਛਾਵਾਂ ਵੀ ਨਹੀਂ ਪਿਆ। ਔਰ ਹੰਕਾਰ ਵਰਗਾ ਤੇ ਇਹਨਾਂ ਦੇ ਵਿੱਚ ਕੋਈ ਨਾਮ ਹੀ ਨਹੀਂ ਹੈਗਾ, ਬੜੇ ਕੋਮਲ ਸੁਭਾਅ ਦੇ ਨੇ। ਇਹਨਾਂ ਦੇ ਉੱਤੇ ਤੇ ਕੋਈ ਵੀ ਖੁਸ਼ੀ ਗਮੀ ਦਾ ਤੇ ਇਹਨਾਂ ਦੇ ਉੱਤੇ ਅਸਰ ਹੀ ਨਹੀਂ ਹੁੰਦਾ। ਇਹਨਾਂ ਦੀ ਅਵਸਥਾ ਤੇ ਬੜੀ ਉੱਚੀ ਹੈ। ਇਹ ਤੇ ਪਰਮਾਤਮਾ ਨੇ, ਇਹ ਤੇ ਪਰਮੇਸ਼ਵਰ ਦਾ ਰੂਪ ਨੇ, ਇਹ ਤੇ ਸਾਨੂੰ ਤਾਰਨ ਵਾਸਤੇ ਆਏ ਨੇ, ਇਹ ਤੇ ਸਾਡੀ ਭੁੱਖ ਨੰਗ ਦੂਰ ਕਰਨ ਵਾਸਤੇ ਆਏ ਨੇ। ਸੰਗਤ ਜੀ ਸਾਰੇ ਇੰਨੇ ਚਾਰੋਂ ਪਾਸੇ ਪਾਤਸ਼ਾਹ ਦਾ ਜਸ ਹੋ ਰਿਹਾ। ਹੁਣ ਸੰਗਤ ਜੀ 1 ਮਹੀਨਾ ਹੋ ਗਿਆ ਹੈ ਤਲਵੰਡੀ ਰਹਿੰਦੇ ਹੋਏ। ਹੁਣ ਪਾਤਸ਼ਾਹ ਫੁਰਨਾ ਬਣਾਉਂਦੇ ਨੇ ਕਿ ਸਾਨੂੰ ਵਾਪਸ ਜਾ ਕੇ ਸੁਲਤਾਨਪੁਰ ਆਪਣੇ ਮੋਦੀ ਦੀ ਕਾਰ ਸਾਂਭਣੀ ਚਾਹੀਦੀ ਹੈ। ਔਰ ਪਾਤਸ਼ਾਹ ਮਨ 'ਚ ਸੋਚਦੇ ਨੇ, ਕਹਿੰਦੇ ਉੱਥੇ ਬਾਲਾ ਜੀ ਵੀ ਤੰਗ ਕਰਦੇ ਪਏ ਨੇ, ਉਹ ਵੀ ਬਾਰ-ਬਾਰ ਯਾਦ ਕਰ ਰਹੇ ਨੇ ਕਿ ਕਦੋਂ ਮੇਰੇ ਪਾਤਸ਼ਾਹ ਆਣ ਤੇ ਮੈਂ ਉਹਨਾਂ ਦੇ ਦਰਸ਼ਨ ਦੀਦਾਰੇ ਕਰਾਂ। ਤੇ ਪਾਤਸ਼ਾਹ ਆਪਣੇ ਮਨ ਦੇ ਵਿੱਚ ਫੁਰਨਾ ਬਣਾ ਲੈਂਦੇ ਨੇ ਕਿ ਹੁਣ ਅਸੀਂ ਤਲਵੰਡੀ ਜਾ ਕੇ ਆਪਣੀ ਮੋਦੀ ਦੀ ਕਾਰ ਸਾਂਭੀਏ। ਔਰ ਜਾਣ ਤੋਂ ਪਹਿਲਾਂ ਹੁਣ ਉਹਨਾਂ ਦਾ ਸਾਰਿਆਂ ਨਾਲੋਂ ਜ਼ਿਆਦਾ ਪਿਆਰਾ ਕੌਣ ਹੈ ਉੱਥੇ ਤਲਵੰਡੀ ਦੇ ਵਿੱਚ? ਰਾਏ ਬੁਲਾਰ ਜੀ। ਫੁਰਨਾ ਬਣਾਉਂਦੇ ਨੇ ਕਿਉਂਕਿ ਸੰਗਤ ਜੀ ਬਾਕੀਆਂ ਨੂੰ ਤੇ ਉਹਨਾਂ ਨੇ
ਮਰਦਾਨਾ ਜੀ ਨੂੰ ਭੇਜ ਕੇ ਬੁਲਵਾ ਲਿਆ ਸੀ, ਵੈਦ ਜੀ ਨੂੰ, ਹਰਦਿਆਲ ਜੀ ਨੂੰ, ਫਿਰ ਮੌਲਾਨਾ ਜੀ ਨੂੰ, ਪਾਂਦਾ ਜੀ ਨੂੰ, ਇਹਨਾਂ ਨੂੰ ਤੇ ਕਹਿ ਕੇ ਬੁਲਾ ਲਿਆ ਕਿ ਉਹਨਾਂ ਨੂੰ ਬੁਲਾਓ, ਅਸੀਂ ਉਹਨਾਂ ਨੂੰ ਮਿਲਣਾ ਹੈ, ਉਹ ਸਾਡੇ ਪੁਰਾਣੇ ਸਾਥੀ ਨੇ। ਪਰ ਰਾਏ ਬੁਲਾਰ ਜੀ ਤੇ ਹੁਣ ਰਾਜਾ ਨੇ, ਤੇ ਉਹ ਫਿਰ ਹੁਣ ਫੁਰਨਾ ਬਣਾਉਂਦੇ ਨੇ। ਔਰ ਰਾਏ ਬੁਲਾਰ ਜੀ ਤੇ ਸ਼ਰਧਾ ਇੰਨੀ ਅਟੁੱਟ ਸ਼ਰਧਾ ਹੈ, ਇੰਨੀ ਅਟੁੱਟ ਸ਼ਰਧਾ ਹੈ, ਜਿਹੜਾ ਸੰਗਤ ਜੀ ਪ੍ਰੇਮ ਕਰਦਾ ਹੈ ਨਾ, ਅਟੁੱਟ ਪ੍ਰੇਮ ਕਰਦਾ ਹੈ, ਅਟੁੱਟ ਸ਼ਰਧਾ ਰੱਖਦਾ ਹੈ, ਔਰ ਇੱਕ ਰਸ ਸ਼ਰਧਾ ਰੱਖਦਾ ਹੈ। ਇੱਕ ਰਸ ਸ਼ਰਧਾ ਦਾ ਮਤਲਬ ਹੈ ਸੰਗਤ ਜੀ ਕਿ ਉਹਦੀ ਸ਼ਰਧਾ ਕਦੀ ਵੀ ਘੱਟ ਨਹੀਂ ਹੁੰਦੀ, ਵੱਧਦੀ ਹੈ, ਕਦੀ ਘੱਟ ਨਹੀਂ ਹੁੰਦੀ, ਉਹਦਾ ਮਨ ਕਦੀ ਡੋਲਦਾ ਨਹੀਂ। ਸ਼ਰਧਾ, ਇੱਕ ਰਸ ਸ਼ਰਧਾ ਰਾਏ ਬੁਲਾਰ ਜੀ ਰੱਖਦੇ ਨੇ। ਔਰ ਜਿਹੜਾ ਇੰਨਾ ਵੱਡਾ ਪ੍ਰੇਮੀ ਹੋਵੇ, ਇੰਨਾ ਵੱਡਾ ਸ਼ਰਧਾਲੂ ਹੋਵੇ ਨਾ, ਉਹਨੂੰ ਫਿਰ ਪਰਮੇਸ਼ਵਰ ਵੀ ਆਪ ਪਿਆਰ ਕਰਦਾ ਹੈ। ਪਰਮੇਸ਼ਵਰ ਦੇ ਦਿਲ ਦੇ ਵਿੱਚ ਵੀ ਉਹ ਐਸਾ ਭਗਤ ਆਪਣੀ ਥਾਂ ਬਣਾ ਲੈਂਦਾ ਹੈ। ਔਰ ਇਹ ਥਾਂ ਰਾਏ ਬੁਲਾਰ ਜੀ ਨੇ ਪਾਤਸ਼ਾਹ ਦੇ ਮਨ ਦੇ ਵਿੱਚ ਬਣਾਈ ਹੋਈ ਸੀ। ਪਾਤਸ਼ਾਹ ਫੁਰਨਾ ਬਣਾਉਂਦੇ ਨੇ ਕਿ ਹੁਣ ਅਸੀਂ ਰਾਏ ਬੁਲਾਰ ਜੀ ਨੂੰ ਮਿਲਣ ਚੱਲੀਏ, ਉਹਨਾਂ ਨੂੰ ਮਿਲਣ ਵਾਸਤੇ ਉਹ ਫੁਰਨਾ ਬਣਾਉਂਦੇ ਨੇ। ਪਾਤਸ਼ਾਹ ਜਾਂਦੇ ਨੇ ਰਾਏ ਬੁਲਾਰ ਜੀ ਨੂੰ ਮਿਲਣ ਵਾਸਤੇ ਉਹਦੇ ਕੋਲ। ਰਾਏ ਬੁਲਾਰ ਜੀ ਬਹੁਤ ਵੱਡੇ ਨੇ, ਰਾਜਾ ਨੇ ਨਗਰ ਦੇ, ਔਰ ਉਹਨਾਂ ਦੀ ਉਮਰ ਤਕਰੀਬਨ 50 ਤੋਂ ਉੱਪਰ ਹੈ, 50 ਸਾਲ ਤੋਂ ਉੱਪਰ ਹੈ। ਔਰ ਪਾਤਸ਼ਾਹ ਦੀ ਉਮਰ ਤਕਰੀਬਨ 17-18 ਵਰਸ਼ ਦੀ ਹੈ। ਸਰੀਰਕ ਆਯੂ ਪਾਤਸ਼ਾਹ ਦੀ 17-18 ਸਾਲ ਦੀ ਹੈ। ਦਾੜਾ ਪੂਰਾ ਪ੍ਰਕਾਸ਼ਿਤ ਹੋਇਆ ਹੈ ਮੁਖੜੇ ਤੇ, ਬਹੁਤ ਸੁੰਦਰ ਸਰੂਪ ਹੈ। ਪਾਤਸ਼ਾਹ ਜਾਂਦੇ ਨੇ ਰਾਏ ਬੁਲਾਰ ਜੀ ਨੂੰ ਮਿਲਣ ਵਾਸਤੇ। ਰਾਏ ਬੁਲਾਰ ਜੀ ਆਪਣੇ ਉੱਤੇ ਸਭਾ 'ਚ ਬੈਠੇ ਹੁੰਦੇ ਨੇ। ਰਾਏ ਬੁਲਾਰ ਜੀ ਇਕੱਲੇ ਹੁੰਦੇ ਨੇ। ਜਿਸ ਤਰ੍ਹਾਂ ਹੀ ਪਾਤਸ਼ਾਹ ਨੂੰ ਦੇਖਦੇ ਨੇ ਸੰਗਤ ਜੀ, ਉਹਨਾਂ ਦੇ ਨੇਤਰ ਭਰ ਜਾਂਦੇ ਨੇ ਖੁਸ਼ੀ ਦੇ ਨਾਲ, ਖੜੇ ਹੋ ਜਾਂਦੇ ਨੇ। ਕਹਿੰਦੇ ਨੇ ਧੰਨ ਭਾਗ ਮੇਰੇ, ਤੁਸੀਂ ਮੇਰੇ ਤੇ ਕਿੰਨੀ ਕਿਰਪਾ ਕੀਤੀ ਹੈ, ਤੁਸੀਂ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਪਾਤਸ਼ਾਹ ਸਤਿਗੁਰੂ ਕਿ ਤੁਸੀਂ ਮੈਨੂੰ ਆਪ ਦਰਸ਼ਨ ਦੇਣ ਆਏ ਹੋ। ਸੰਗਤ ਜੀ, 8 ਪੈਰ ਉਹ ਪਾਤਸ਼ਾਹ ਦਾ ਧਿਆਨ ਧਾਰਦੇ ਸੀ। 8 ਪੈਰ ਪਾਤਸ਼ਾਹ ਦਾ ਧਿਆਨ ਉਹਨਾਂ ਦੇ ਚਿੱਤ ਵਿੱਚ ਰਹਿੰਦਾ ਸੀ। ਤਾਂ ਵੀ ਹੱਥ ਜੋੜ ਕੇ ਕਹਿੰਦੇ ਆ ਸੱਚੇ ਪਾਤਸ਼ਾਹ, ਮੈਂ ਤੇ ਸੰਸਾਰਿਕ ਬੰਦਾ ਹੈ, ਇਹ ਕੰਮਕਾਜ ਤੇ ਮੈਨੂੰ ਫਸਾਈ ਰੱਖਦੇ ਨੇ ਪਾਤਸ਼ਾਹ। ਇਹ ਕੰਮਕਾਜ ਤੇ ਮੈਨੂੰ, ਸੰਸਾਰਿਕ ਕੰਮਕਾਜ ਤੇ ਮੈਨੂੰ ਐਦਾਂ ਉਲਝਾਈ ਰੱਖਦੇ ਨੇ ਕਿ ਮੈਂ ਤੇ ਰਾਤ ਦਿਨ ਇਹ ਸੰਸਾਰਿਕ ਕੰਮਾਂ 'ਚ ਫਸਿਆ ਰਹਿੰਦਾ ਹੈ। ਤੇ ਪਾਤਸ਼ਾਹ ਤੁਸੀਂ ਤੇ ਮੇਰੇ ਤੇ ਬੜੀ ਦਇਆ ਕੀਤੀ ਹੈ ਜੋ ਤੁਸੀਂ ਮੈਨੂੰ ਆਪ ਦਰਸ਼ਨ ਦੇਣ ਆ ਗਏ ਹੋ। ਪਾਤਸ਼ਾਹ ਮੈਂ ਤੁਹਾਡਾ ਇੰਨਾ ਧਿਆਨ ਧਰਦਾ ਹੈ, ਤੇ ਪਾਤਸ਼ਾਹ ਤੁਸੀਂ ਮੈਨੂੰ ਉਪਦੇਸ਼ ਕਿਉਂ ਨਹੀਂ ਦਿੰਦੇ? ਪਾਤਸ਼ਾਹ ਮੈਨੂੰ ਤੁਸੀਂ ਕੋਈ ਉਪਦੇਸ਼ ਦਵੋ। ਹੁਣ ਤੱਕ ਤੇ ਸੰਗਤ ਜੀ ਪਾਤਸ਼ਾਹ ਜੀ ਨੇ ਰਾਏ ਬੁਲਾਰ ਜੀ ਨੂੰ ਕੋਈ ਉਪਦੇਸ਼ ਨਹੀਂ ਦਿੱਤਾ ਸੀ, ਬਾਕੀਆਂ ਨੂੰ ਤੇ ਉਪਦੇਸ਼ ਦਿੱਤੇ ਸੀ। ਹੁਣ ਤੱਕ ਰਾਏ ਬੁਲਾਰ ਜੀ ਨੂੰ ਕੋਈ ਉਪਦੇਸ਼ ਨਹੀਂ ਦਿੱਤਾ ਸੀ। ਤੇ ਰਾਏ ਬੁਲਾਰ ਜੀ ਕਹਿੰਦੇ ਨੇ ਕਿ ਮੇਰੇ ਮਨ ਦੀ ਇਹ ਬੜੀ ਲਾਲਸਾ ਹੈ, ਮੇਰੇ ਮਨ ਦੀ ਬੜੀ ਇੱਛਾ ਹੈ ਕਿ ਆਪ ਜੀ ਮੈਨੂੰ ਕੋਈ ਉਪਦੇਸ਼ ਦਵੋ। ਤੇ ਪਾਤਸ਼ਾਹ ਕਹਿੰਦੇ ਨੇ ਪਾਤਸ਼ਾਹ ਨੂੰ ਉਹ ਬਿਠਾਉਂਦੇ ਨੇ ਆਪਣੇ ਸਿਰਹਾਣੇ ਵਾਲੇ ਪਾਸੇ, ਔਰ ਆਪ ਰਾਏ ਬੁਲਾਰ ਜੀ ਉਹਨਾਂ ਦੇ ਚਰਨਾਂ ਵਾਲੇ ਪਾਸੇ ਬੈਠਦੇ ਨੇ। ਕਹਿੰਦੇ ਨੇ ਪਾਤਸ਼ਾਹ, ਮੈਂ ਤੁਹਾਡਾ ਇੰਨਾ ਧਿਆਨ ਧਾਰਨ ਕਰਦਾ ਹੈ ਪਾਤਸ਼ਾਹ, ਫਿਰ ਤੁਸੀਂ ਮੇਰੇ ਕਲੇਸ਼ ਕਿਉਂ ਨਹੀਂ ਕੱਟਦੇ? ਪਾਤਸ਼ਾਹ ਮੇਰੇ ਕਲੇਸ਼ ਕੱਟੋ, ਮੈਨੂੰ ਉਪਦੇਸ਼ ਦਿਓ। ਤੇ ਪਾਤਸ਼ਾਹ ਜਦੋਂ ਰਾਏ ਬੁਲਾਰ ਜੀ ਦੀਆਂ ਗੱਲਾਂ ਸੁਣਦੇ ਨੇ ਨਾ, ਤੇ ਕਹਿੰਦੇ ਨੇ ਰਾਏ ਬੁਲਾਰ ਜੀ, ਤੁਸੀਂ ਰਾਜਾ ਹੋ, ਤੁਸੀਂ ਸਤਿਕਾਰਯੋਗ ਹੋ, ਔਰ ਤੁਸੀਂ ਵੱਡੇ ਹੋ, ਪਰ ਜੇ ਹੁਣ ਤੁਸੀਂ ਪੁੱਛਿਆ ਹੀ ਹੈ ਨਾ, ਤੇ ਤੁਸੀਂ ਸੁਣੋ, ਨਾਮ ਜਪਿਆ ਕਰੋ, ਸਿਮਰੋ ਸਤਨਾਮ ਸੁਖ ਸਦਨਾ। ਪਾਤਸ਼ਾਹ ਕਹਿੰਦੇ ਨੇ ਰਾਏ ਬੁਲਾਰ ਜੀ, ਸਿਮਰੋ ਸਤਨਾਮ ਸੁਖ ਸਦਨਾ। ਕਹਿੰਦੇ ਜਿਹੜੇ ਸਤਨਾਮ ਹੈ ਨਾ, ਜਿਹੜਾ ਨਾਮ ਹੈ, ਉਹ ਸਾਰੇ ਸੁੱਖਾਂ ਦਾ ਘਰ ਹੈ। ਇਸ ਲਈ ਨਾਮ ਸਿਮਰਿਆ ਕਰੋ। ਤੇ ਰਾਏ ਬੁਲਾਰ ਜੀ ਕਹਿੰਦੇ ਨੇ ਹੱਥ ਜੋੜ ਕੇ, ਪਾਤਸ਼ਾਹ
ਇਹ ਨਾਮ ਦੀ ਕੀ ਮਹਿਮਾ ਹੈ, ਇਹ ਨਾਮ ਦੀ ਕੀ ਵਡਿਆਈ ਹੈ, ਇਹ ਤੁਸੀਂ ਮੈਨੂੰ ਦੱਸੋ। ਕਿਰਪਾ ਕਰਕੇ ਪਾਤਸ਼ਾਹ ਤੁਸੀਂ ਮੈਨੂੰ ਦੱਸੋ ਇਹ ਨਾਮ ਦੀ ਕੀ ਵਡਿਆਈ ਹੈ। ਪਾਤਸ਼ਾਹ ਕਹਿੰਦੇ ਨੇ ਜਿਵੇਂ ਇੱਕ ਤੀਰ ਜੇ ਹੁਮਾ ਪੰਛੀ ਦੇ ਖੰਭ ਦੇ ਨਾਲ ਬੰਨ੍ਹ ਦਿੱਤਾ ਜਾਏ ਤੇ ਉਹ ਖੰਭ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਤੀਰ ਨੂੰ ਆਪਣੇ ਨਾਲ ਉਸ ਜਗ੍ਹਾ ਤੇ ਉਸ ਆਕਾਸ਼ ਵਿੱਚ ਲੈ ਜਾਂਦਾ ਹੈ ਜਿੱਥੇ ਉਹਦਾ ਮਾਲਿਕ ਰਹਿੰਦਾ ਹੈ। ਉਸ ਖੰਭ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਤੀਰ ਉਸ ਖੰਭ ਦਾ ਸੰਗ ਕਰਕੇ ਉਹ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਕਿ ਉਹ ਪੰਛੀ ਰਹਿੰਦਾ ਹੈ ਆਕਾਸ਼ ਦੇ ਵਿੱਚ। ਉਹ ਤੀਰ ਫਿਰ ਮੁੜ ਧਰਤੀ ਤੇ ਨਹੀਂ ਆਂਦਾ, ਉਹ ਖੰਭ ਦੇ ਵਿੱਚ ਇੰਨੀ ਤਾਕਤ ਹੈ। ਹੁਣ ਸੰਗਤ ਜੀ ਕਈਆਂ ਨੂੰ ਤੇ ਪਤਾ ਹੈ ਹੁਮਾ ਪੰਛੀ ਇਹ ਖੰਭ ਦਾ ਪਤਾ ਹੈ, ਕਈਆਂ ਨੂੰ ਨਹੀਂ ਪਤਾ। ਸੰਗਤ ਜੀ ਇਹ ਹੁਮਾ ਪੰਛੀ ਇਹ ਆਕਾਸ਼ ਵਿੱਚ ਰਹਿੰਦਾ ਹੈ, ਆਕਾਸ਼ ਵਿੱਚ ਰਹਿੰਦਾ ਹੈ ਔਰ ਇਹ ਸਾਰੀ ਜ਼ਿੰਦਗੀ ਇਹ ਧਰਤੀ ਤੇ ਨਹੀਂ ਆਂਦਾ। ਇਹ ਅੰਡਾ ਵੀ ਦਿੰਦਾ ਹੈ, ਉਹ ਆਕਾਸ਼ 'ਚ ਹੀ ਅੰਡਾ ਦਿੰਦਾ ਹੈ ਔਰ ਜਦੋਂ ਅੰਡਾ ਦਿੰਦਾ ਹੈ ਉਹ ਅੰਡਾ ਨੀਚੇ ਆਂਦਾ ਹੈ ਔਰ ਕੁਦਰਤ ਦੇਖੋ, ਕੁਦਰਤ ਹੈ ਕਿ ਉਸ ਦਾ ਅੰਡਾ ਧਰਤੀ ਨੂੰ ਨਹੀਂ ਛੂੰਹਦਾ। ਧਰਤੀ ਤੋਂ ਆਉਣ ਤੋਂ ਪਹਿਲਾਂ ਹੀ ਅੰਡੇ ਦੇ ਵਿੱਚੋਂ ਹੁਮਾ ਪੰਛੀ ਦਾ ਬੱਚਾ ਨਿਕਲਦਾ ਹੈ ਔਰ ਉਹ ਵਾਪਸ ਉੜ ਕੇ ਆਕਾਸ਼ ਵਿੱਚ ਚਲਾ ਜਾਂਦਾ ਹੈ। ਔਰ ਆਪ ਜੀ ਦੇ ਨਾਲ ਇੱਕ ਵਾਰੀ ਪਹਿਲਾਂ ਵੀ ਸਾਖੀ ਸਾਂਝੀ ਕੀਤੀ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਜਦੋਂ ਨਾਰਦ ਮੁਨੀ ਜੀ ਆਉਂਦੇ ਨੇ, ਨਾਰਦ ਮੁਨੀ ਜੀ ਕਹਿੰਦੇ ਨੇ ਮੈਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਨਾਮ ਸੁਣਿਆ ਹੈ, ਮੈਂ ਉਹਨਾਂ ਦੇ ਦਰਸ਼ਨ ਤੇ ਕਰਕੇ ਆਵਾਂ, ਉਹਨਾਂ ਦਾ ਤੇ ਮੈਂ ਬੜਾ ਨਾਮ ਸੁਣਿਆ ਹੈ। ਔਰ ਉਹ ਫੁਰਨਾ ਬਣਾਉਂਦੇ ਨੇ ਕਿ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾਵਾਂ। ਔਰ ਜਦੋਂ ਦਰਸ਼ਨ ਕਰਨ ਜਾਂਦੇ ਨੇ, ਜਾਣ ਲੱਗਦੇ ਨੇ ਤੇ ਸੋਚਦੇ ਨੇ ਐਨੇ ਵੱਡੇ ਸੰਤ ਨੇ, ਸੰਤ ਮਹਾਂਪੁਰਸ਼ਾਂ ਦੇ ਤੇ ਕਦੀ ਖਾਲੀ ਹੱਥ ਜਾ ਕੇ ਦਰਸ਼ਨ ਨਹੀਂ ਕਰੀਦੇ, ਕੁਝ ਭੇਟਾ ਲੈ ਕੇ ਜਾਈਦੀ ਹੈ। ਹੁਣ ਐਨੇ ਵੱਡੇ ਸੰਤ ਨੇ ਤੇ ਮੈਂ ਇਹਨਾਂ ਦੇ ਵਾਸਤੇ ਕੀ ਭੇਟਾ ਲੈ ਕੇ ਜਾਵਾਂ। ਫਿਰ ਨਾਰਦ ਮੁਨੀ ਜੀ ਸੋਚਦੇ ਨੇ, ਕਹਿੰਦੇ ਨੇ ਉਹ ਲੈਂਦੇ ਨੇ ਹੁਮਾ ਪੰਛੀ ਦੇ 5 ਖੰਭ ਲੈਂਦੇ ਨੇ। 5 ਖੰਭ ਲੈ ਕੇ ਨਾਰਾਇਣ 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 ਕਰਦੇ ਸਭਾ 'ਚ ਪਹੁੰਚ ਜਾਂਦੇ ਨੇ ਜਿੱਥੇ ਪਾਤਸ਼ਾਹ ਦੀ ਸਭਾ ਦਰਬਾਰ ਲੱਗਿਆ ਹੁੰਦਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ। ਉੱਥੇ ਕੋਈ ਕਿਸੇ ਸਿੱਖ ਨੇ ਆਂਦੇ ਨਹੀਂ ਦੇਖਿਆ, ਪਰ ਉਹ ਨਾਰਾਇਣ ਨਾਰਾਇਣ ਕਰਦੇ ਉੱਥੇ ਪ੍ਰਕਟ ਹੋ ਗਏ ਪਾਤਸ਼ਾਹ ਦੇ ਅੱਗੇ। ਉਹਨਾਂ ਨੇ 5 ਖੰਭ ਰੱਖੇ ਉਹਨਾਂ ਦੇ ਚਰਨਾਂ ਦੇ ਵਿੱਚ, ਉਹਨਾਂ ਦੇ ਨਮਸਕਾਰ ਕੀਤਾ। ਪਾਤਸ਼ਾਹ ਨੇ ਪੂਰਾ ਸਤਿਕਾਰ ਕੀਤਾ। ਨਾਰਦ ਮੁਨੀ ਜੀ ਧੰਨ ਭਾਗ ਸਾਡੇ ਜੋ ਤੁਸੀਂ ਆਏ ਹੋ, ਤੁਸੀਂ ਸਾਨੂੰ ਕਹਿੰਦੇ ਅਸੀਂ ਹਾਜ਼ਰ ਹੋ ਜਾਂਦੇ। ਤੇ ਨਾਰਦ ਮੁਨੀ ਸੰਗਤ ਜੀ ਦੇਖੋ ਨਿਮਰਤਾ, ਗੁਰੂਆਂ ਦੇ ਵਿੱਚ ਕਿੰਨੀ ਨਿਮਰਤਾ, ਸਾਡੇ ਵਿੱਚ ਤੇ ਨਿਮਰਤਾ ਆਂਦੀ ਨਹੀਂ। ਤੇ ਨਾਰਦ ਮੁਨੀ ਜੀ ਕਹਿੰਦੇ ਨਹੀਂ ਗੁਰੂਦੇਵ, ਆਪ ਜੀ ਦੀ ਮਹਿਮਾ ਬੜੀ ਸੁਣੀ ਹੈ, ਆਪ ਜੀ ਦੇ ਦਰਸ਼ਨਾਂ ਨੂੰ ਚਿੱਤ ਕਰਦਾ ਸੀ ਤੇ ਮੈਂ ਆਪ ਹੀ ਤੁਹਾਡੇ ਦਰਸ਼ਨਾਂ ਵਾਸਤੇ ਆਇਆ, ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ। ਤੇ ਖੰਭ ਉਹਨਾਂ ਨੇ 5 ਰੱਖੇ ਔਰ ਨਾਰਾਇਣ ਨਾਰਾਇਣ ਕਰਦੇ ਉੱਥੋਂ ਦੀ ਗਾਇਬ ਹੋ ਗਏ। ਸਿੱਖਾਂ ਨੇ ਦੇਖਿਆ ਪਾਤਸ਼ਾਹ ਇਹ ਕੌਣ ਸੀ, ਨਾ ਅਸੀਂ ਇਹਨਾਂ ਨੂੰ ਆਂਦਿਆਂ ਦੇਖਿਆ, ਨਾ ਅਸੀਂ ਇਹਨਾਂ ਨੂੰ ਜਾਂਦਿਆਂ ਦੇਖਿਆ, ਔਰ ਇਹ ਕੀ ਹੈ, ਲੋਕੀ ਤੇ ਇੰਨੀਆਂ ਵੱਡੀਆਂ ਭੇਟਾਵਾਂ ਲੈ ਕੇ ਆਂਦੇ ਨੇ ਤੁਹਾਡੇ ਵਾਸਤੇ, ਕੋਈ ਸ਼ਸਤਰ ਲੈ ਕੇ ਆਂਦਾ ਹੈ, ਕੋਈ ਐਨੇ ਬਹੁਮੂਲੇ ਰਤਨ ਜਵਾਰਤ ਲੈ ਕੇ ਆਂਦਾ ਹੈ, ਕਈ ਇੰਨੇ ਮਹਿੰਗੇ ਘੋੜੇ ਆਪ ਜੀ ਦੇ ਭੇਟਾ ਵਾਸਤੇ ਲੈ ਕੇ ਆਂਦੇ ਨੇ। ਇਹ ਕੀ ਹੈ ਤੁਹਾਡੇ ਚਰਨਾਂ ਦੇ ਵਿੱਚ 5 ਖੰਭ ਕੀ ਰੱਖ ਗਿਆ, ਇਹ ਕੌਣ ਨੇ? ਪਾਤਸ਼ਾਹ ਕਹਿੰਦੇ ਆਓ ਤੁਸੀਂ ਸਾਡੇ ਨਾਲ ਚਲੋ, ਅਸੀਂ ਤੁਹਾਨੂੰ ਦੱਸਦੇ ਹਾਂ। ਔਰ ਪਾਤਸ਼ਾਹ ਆਪਣੇ ਸਿੰਘਾਂ ਨੂੰ ਲੈ ਕੇ ਜਾਂਦੇ ਨੇ, ਖੁੱਲੇ ਮੈਦਾਨ 'ਚ ਲੈ ਜਾਂਦੇ ਨੇ। ਪਹਿਲਾਂ ਉਸ ਤੋਂ ਜਾਣ ਤੋਂ ਪਹਿਲਾਂ ਪਾਤਸ਼ਾਹ ਇੱਕ ਸਿੰਘ ਦੀ ਡਿਊਟੀ ਲਗਾਉਂਦੇ ਨੇ, ਕਹਿੰਦੇ ਨੇ ਆਓ ਬਈ ਖਾਲਸਾ ਜੀ ਜਾਓ, ਇਹ ਖੰਭਾਂ ਨੂੰ ਇੱਕ ਖੰਭ ਨੂੰ ਇੱਕ ਤੀਰ ਦੇ ਨਾਲ ਮੜਾ ਕੇ ਲੈ ਕੇ ਆਓ। ਹੁਣ ਸੰਗਤ ਜੀ ਸਿੱਖ ਤੇ ਪਾਤਸ਼ਾਹ ਜੀ ਦੇ ਆਦੇਸ਼ ਵਾਸਤੇ ਤੇ ਤਤਪਰ ਰਹਿੰਦੇ ਨੇ। ਉਹਨਾਂ ਨੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ, ਗਏ ਔਰ ਜਾ ਕੇ
ਇੱਕ ਖੰਭ ਇੱਕ ਤੀਰ ਦੇ ਨਾਲ ਐਦਾਂ ਮੜਾ ਕੇ ਲੈ ਕੇ ਆਏ, ਤੋਂ 5 ਤੀਰ ਤਿਆਰ ਕਰਵਾ ਕੇ ਲੈ ਕੇ ਆਏ, ਜਿਨ੍ਹਾਂ ਨਾਲ ਇੱਕ ਇੱਕ ਤੀਰ ਦੇ ਨਾਲ ਇੱਕ ਇੱਕ ਖੰਭ ਮੜਿਆ ਹੋਇਆ ਸੀ। ਪਾਤਸ਼ਾਹ ਚਲੇ ਗਏ ਖੁੱਲੇ ਮੈਦਾਨ ਦੇ ਵਿੱਚ। ਖੁੱਲੇ ਮੈਦਾਨ ਦੇ ਵਿੱਚ ਜਦੋਂ ਜਾ ਕੇ ਪਾਤਸ਼ਾਹ ਨੇ ਚੜਾਇਆ ਤੀਰ ਔਰ ਆਕਾਸ਼ ਵੱਲ ਤੀਰ ਛੱਡਿਆ। ਆਕਾਸ਼ ਵੱਲ ਜਦੋਂ ਤੀਰ ਛੱਡਿਆ, ਹੁਣ ਸੰਗਤ ਜੀ ਪਾਤਸ਼ਾਹ ਦਾ ਤੀਰ ਸ਼ੂ ਕਰਦਾ ਆਕਾਸ਼ ਵੱਲ ਗਿਆ, ਆਵਾਜ਼ ਕਰਦਾ ਹੋਇਆ। ਸਾਰੇ ਜਿਹੜੇ ਸਿੱਖ ਸੀ ਉਹ ਇੱਧਰ ਉੱਧਰ ਦੌੜਨ ਲੱਗ ਗਏ ਕਿ ਪਾਤਸ਼ਾਹ ਦਾ ਤੀਰ ਕਿੱਥੇ ਗਿਆ। ਇੰਨੀ ਦੂਰ ਹੁਣ ਪਾਤਸ਼ਾਹ ਜੀ ਤੇ ਤਾਕਤ ਸੀ, ਉਹਨਾਂ ਨੇ ਸੋਚਿਆ ਕਿ ਪਾਤਸ਼ਾਹ ਦਾ ਤੀਰ ਤੇ ਬੜੀ ਦੂਰ ਤੱਕ ਜਾਏਗਾ, ਤੇ ਦੂਰ ਦੂਰ ਦੌੜੇ ਕਿ ਪਾਤਸ਼ਾਹ ਦਾ ਤੀਰ ਅਸੀਂ ਫੜ ਕੇ ਲੈ ਕੇ ਆਵਾਂਗੇ, ਕਿਉਂਕਿ ਪਾਤਸ਼ਾਹ ਨੇ ਕਿਹਾ ਸੀ ਅਸੀਂ ਤੀਰ ਛੱਡਾਂਗੇ, ਤੁਸੀਂ ਤੀਰ ਫੜ ਕੇ ਲੈ ਕੇ ਆਇਓ। ਪਰ ਕਿਸੇ ਸਿੱਖ ਨੂੰ ਪਾਤਸ਼ਾਹ ਦਾ ਤੀਰ ਨਹੀਂ ਮਿਲਿਆ। ਪਾਤਸ਼ਾਹ ਤੀਰ ਤੇ ਮਿਲਿਆ ਨਹੀਂ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ। ਉਹਨਾਂ ਨੇ ਦੂਜਾ ਤੀਰ ਛੱਡਿਆ, ਉਹ ਵੀ ਤੀਰ ਆਵਾਜ਼ ਕਰਦਾ ਆਕਾਸ਼ ਵੱਲ ਸਿੱਖਾਂ ਨੇ ਜਾਂਦੇ ਦੇਖਿਆ, ਪਰ ਕਿਤੇ ਧਰਤੀ ਤੇ ਡਿੱਗਦੇ ਨਾ ਦੇਖਿਆ। ਇੱਕ ਤੀਰ ਛੱਡਿਆ, 2 ਤੀਰ ਛੱਡੇ, 3 4, ਪਾਤਸ਼ਾਹ ਨੇ 5 ਤੀਰ ਛੱਡ ਦਿੱਤੇ। ਸਿੱਖਾਂ ਨੂੰ ਕੋਈ ਤੀਰ ਲੱਭਿਆ ਨਹੀਂ। ਸਿੱਖ ਹੱਥ ਜੋੜ ਕੇ ਪਾਤਸ਼ਾਹ ਦੇ ਅੱਗੇ ਖੜੇ ਹੋ ਗਏ, ਪਾਤਸ਼ਾਹ ਇਹ ਤੁਹਾਡੀ ਕੀ ਲੀਲਾ ਹੈ, ਸਾਨੂੰ ਤੇ ਕੋਈ ਤੀਰ ਨਹੀਂ ਮਿਲਿਆ। ਪਾਤਸ਼ਾਹ ਕਹਿੰਦੇ ਜਿਹੜੇ ਦਰਬਾਰ ਵਿੱਚ ਆਏ ਸੀ ਉਹ ਨਾਰਦ ਮੁਨੀ ਸੀ, ਔਰ ਜੋ ਇਹ ਖੰਭ ਲੈ ਕੇ ਆਏ ਸੀ ਇਹ ਕੋਈ ਆਮ ਖੰਭ ਨਹੀਂ ਹੈ। ਇਹ ਖੰਭਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਇਸ ਖੰਭਾਂ ਦਾ ਸੰਗ ਕਰਕੇ ਤੀਰਾਂ ਨੂੰ ਇਹ ਖੰਭ ਆਪਣੀ ਤਾਕਤ ਦੇ ਨਾਲ ਉੱਥੇ ਲੈ ਗਏ ਜਿੱਥੇ ਕਿ ਉਹਨਾਂ ਦਾ ਸਵਾਮੀ ਹੈ, ਜਿੱਥੇ ਕਿ ਉਹਨਾਂ ਦਾ ਮਾਲਿਕ ਹੈ। ਸੰਗਤ ਜੀ ਇਹ ਕਥਾ ਹੈ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰਾਏ ਬੁਲਾਰ ਜੀ ਨੂੰ ਦੱਸਦੇ ਨੇ, ਕਹਿੰਦੇ ਨਾਮ ਐਸੇ ਖੰਭ ਨੇ ਜਿਸ ਤਰ੍ਹਾਂ ਹੁਮਾ ਪੰਛੀ ਦੇ ਪੰਖ ਦੇ ਨਾਲ ਸੰਗ ਕਰਕੇ ਤੀਰ ਉੱਥੇ ਚਲੇ ਜਾਂਦੇ ਨੇ। ਇਹ ਤੀਰਾਂ 'ਚ ਖੰਭਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਆਪਣੇ ਨਾਲ ਤੀਰਾਂ ਨੂੰ ਆਪਣੇ ਮਾਲਿਕ ਕੋਲ ਲੈ ਜਾਂਦੇ ਨੇ, ਜਿੱਥੇ ਉਹਨਾਂ ਦਾ ਮਾਲਿਕ ਰਹਿੰਦਾ ਹੈ ਆਕਾਸ਼ ਦੇ ਵਿੱਚ। ਤੇ ਇਹ ਹੀ ਨਾਮ ਦੀ ਤਾਕਤ ਹੈ। ਜਦੋਂ ਨਾਮ ਰੂਪੀ ਖੰਭ, ਜਦੋਂ ਨਾਮ ਧਾਰਨ ਕਰਦਾ ਹੈ ਮੇਰਾ ਸਿੱਖ, ਜਦੋਂ ਬਾਣੀ ਧਾਰਨ ਕਰਦਾ ਹੈ ਮੇਰਾ ਸਿੱਖ, ਜਦੋਂ ਅਭਿਆਸ ਕਰਦਾ ਹੈ ਨਾਮ ਦਾ, ਜਦੋਂ ਅਭਿਆਸ ਕਰਦਾ ਹੈ ਬਾਣੀ ਦਾ, ਤੇ ਫਿਰ ਉਹਨੂੰ ਬਾਣੀ ਵੀ ਉੱਥੇ ਹੀ ਲੈ ਜਾਂਦੀ ਹੈ ਜਿੱਥੇ ਕਿ ਇਹ ਨਾਮ ਉਸ ਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਉਹ ਆਪ ਨਾਮੀ ਵਸਦਾ ਹੈ। ਸੱਚਖੰਡ ਵਸੈ ਨਿਰੰਕਾਰ। ਕਹਿੰਦੇ ਨੇ, ਜਦੋਂ ਪਾਤਸ਼ਾਹ ਕਹਿੰਦੇ ਨੇ ਰਾਏ ਬੁਲਾਰ ਜੀ ਨੂੰ ਕਿ ਜਦੋਂ ਅਭਿਆਸ ਕਰਦਾ ਹੈ, ਜਦੋਂ ਨਾਮ ਦਾ ਅਭਿਆਸ ਕਰੋ ਨਾ ਰਾਏ ਬੁਲਾਰ ਜੀ, ਉਦੋਂ ਫਿਰ ਜਦੋਂ ਸਾਡਾ ਸਰੀਰ, ਸਾਡੀ ਆਤਮਾ ਜਦੋਂ ਸਾਡਾ ਸਰੀਰ ਛੱਡਦੀ ਹੈ ਤੇ ਸਾਡੀ ਆਤਮਾ ਸੂਖਸ਼ਮ ਰੂਪ ਦੇ ਵਿੱਚ ਫਿਰ ਉਸ ਨਾਮੀ ਕੋ ਪਹੁੰਚ ਜਾਂਦੀ ਹੈ ਜਿੱਥੇ ਸੱਚਖੰਡ ਵਿੱਚ ਉਹ ਨਾਮੀ ਆਪ ਵਸਦਾ ਹੈ। ਇਹ ਨਾਮ ਦੀ ਮਹਿਮਾ ਹੈ। ਇਹ ਨਾਮ ਦੇ ਵਿੱਚ ਇੰਨੀ ਤਾਕਤ ਹੈ। ਜੇ ਇੱਕ ਖੰਭ ਦੇ ਵਿੱਚ ਇੰਨੀ ਤਾਕਤ ਹੈ, ਜੇ ਔਰ ਉਸ ਖੰਭ ਦੇ ਵਿੱਚ ਜੋ ਕਿ ਉਹ ਪੰਛੀ ਦਾ ਹੈ, ਔਰ ਉਹ ਪੰਛੀ ਕਿਸਨੇ ਬਣਾਇਆ ਹੈ? ਉਹ ਪਰਮੇਸ਼ਵਰ ਨੇ ਬਣਾਇਆ ਹੈ। ਜੇ ਪਰਮੇਸ਼ਵਰ ਦੇ ਬਣਾਏ ਹੋਏ ਪੰਛੀ ਦੇ ਪੰਖ ਦੇ ਵਿੱਚ ਇੰਨੀ ਤਾਕਤ ਹੈ ਤੇ ਉਸ ਪਰਮੇਸ਼ਵਰ ਦੇ ਨਾਮ ਦੇ ਵਿੱਚ ਕਿੰਨੀ ਤਾਕਤ ਹੈ? ਉਸ ਪਰਮੇਸ਼ਵਰ ਦਾ ਨਾਮ ਇੰਨਾ ਤਾਕਤ ਵਾਲਾ ਹੈ ਕਿ ਤੁਹਾਨੂੰ ਨਾਮ ਜਪਣ ਵਾਲੇ ਨੂੰ ਉਹ ਸੱਚਖੰਡ ਪਹੁੰਚਾ ਦਿੰਦਾ ਹੈ। ਹੁਣ ਸੰਗਤ ਜੀ, ਇਹ ਪਾਤਸ਼ਾਹ ਰਾਏ ਬੁਲਾਰ ਜੀ ਨੂੰ ਉਪਦੇਸ਼ ਦੇ ਰਹੇ ਨੇ, ਔਰ ਉਪਦੇਸ਼ ਦਿੰਦੇ ਰਾਏ ਬੁਲਾਰ ਜੀ ਦੇ ਉੱਤੇ ਦਇਆ ਭਰੀ ਦ੍ਰਿਸ਼ਟੀ ਪਾਉਂਦੇ ਨੇ, ਦਇਆ ਕਰਦੇ ਨੇ, ਉਹਨਾਂ ਦੇ ਉੱਤੇ ਕਿਰਪਾ ਕਰਦੇ ਨੇ ਕਿ ਰਾਏ ਬੁਲਾਰ ਜੀ ਦੇ ਅੰਦਰ ਨਾਮ ਚੱਲਣਾ ਸ਼ੁਰੂ ਹੋ ਜਾਂਦਾ ਹੈ। ਨਾਮ ਚੱਲਣਾ ਸ਼ੁਰੂ ਹੋ ਜਾਂਦਾ ਹੈ, ਨਾਮ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ। ਔਰ ਸੰਗਤ ਜੀ, ਇਹ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ। ਕਹਿੰਦੇ ਨੇ ਕਿ ਅਗਰ ਗੁਰੂ ਮਿਹਰ ਨਾ ਕਰੇ, ਗੁਰੂ ਦੀ ਮਿਹਰ ਤੋਂ ਬਿਨਾ
ਇਹ ਪੋਸੀਬਲ ਨਹੀਂ ਹੈ। ਇਹ ਪਿਆਰ ਪੈ ਹੀ ਨਹੀਂ ਸਕਦਾ, ਪ੍ਰੇਮ ਪੈ ਹੀ ਨਹੀਂ ਸਕਦਾ ਗੁਰੂ ਦੀ ਮਿਹਰ ਤੋਂ ਬਿਨਾ। ਪ੍ਰੀਤਮ ਜਦੋਂ ਤੱਕ ਮਿਹਰ ਨਾ ਕਰੇ ਉਦੋਂ ਤੱਕ ਇਹ ਨਾਮ ਦੇ ਨਾਲ ਪ੍ਰੇਮ ਪੈਂਦਾ ਹੀ ਨਹੀਂ ਹੈ। ਹੁਣ ਰਾਏ ਬੁਲਾਰ ਜੀ ਦੇ ਅੰਦਰ ਇਹ ਸਾਚੇ ਨਾਮ ਕੀ ਲਾਗੇ ਭੂਖ, ਉਹਨਾਂ ਦੇ ਅੰਦਰ ਇਹ ਨਾਮ ਦੀ ਭੁੱਖ ਜਾਗ ਗਈ, ਨਾਮ ਸਿਮਰਨ ਦੀ ਭੁੱਖ ਜਾਗ ਗਈ। ਕਿਉਂਕਿ ਸੰਗਤ ਜੀ ਜਦੋਂ ਸਾਡੇ ਸਰੀਰ ਨੂੰ ਭੁੱਖ ਲੱਗਦੀ ਹੈ ਤੇ ਅਸੀਂ ਕੁਝ ਭੋਜਨ, ਅਸੀਂ ਕੁਝ ਖਾਣ ਦੇ ਪਦਾਰਥਾਂ ਵੱਲ ਸਾਡਾ ਧਿਆਨ ਜਾਂਦਾ ਹੈ। ਜਦੋਂ ਨਾਮ ਦੀ ਭੁੱਖ ਆਤਮਾ ਨੂੰ ਲੱਗਦੀ ਹੈ ਤੇ ਉਹ ਨਾਮ ਬਾਣੀ ਸਿਮਰਨ ਕਰਦੀ ਹੈ, ਉਹ ਨਾਮ ਜਪਦੀ ਹੈ। ਹੁਣ ਰਾਏ ਬੁਲਾਰ ਜੀ ਦੇ ਅੰਦਰ ਨਾਮ ਚੱਲਣਾ ਸ਼ੁਰੂ ਹੋ ਗਿਆ। ਰਾਏ ਬੁਲਾਰ ਜੀ ਨੇ ਹੱਥ ਜੋੜ ਲਿੱਤੇ, ਹੱਥ ਜੋੜ ਲਿੱਤੇ, ਨੇਤਰਾਂ 'ਚ ਜਲ ਭਰ ਗਿਆ। ਕਹਿੰਦੇ ਆ ਪਾਤਸ਼ਾਹ, ਨਾਮ ਦੀ ਤੇ ਤੁਸੀਂ ਦਾਤ ਬਖਸ਼ ਦਿੱਤੀ ਹੈ ਪਾਤਸ਼ਾਹ, ਤੁਸੀਂ ਪ੍ਰੇਮ ਬਖਸ਼ ਦਿੱਤਾ ਹੈ ਪਾਤਸ਼ਾਹ। ਨਾਮ ਪਰ ਪਾਤਸ਼ਾਹ ਆਪ ਜੀ ਨੇ ਤੇ ਹੁਣ ਤਲਵੰਡੀ ਚਲ ਜਾਣਾ ਹੈ, ਆਪ ਜੀ ਦੇ ਤੇ ਦਰਸ਼ਨਾਂ ਤੋਂ ਬਗੈਰ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਦੀਦਾਰੇ ਕਿੱਦਾਂ ਕਰਾਂਗਾ? ਆਪ ਜੀ ਨੇ ਤੇ ਤਲਵੰਡੀ ਚਲੇ ਜਾਣਾ ਹੈ। ਤੇ ਪਾਤਸ਼ਾਹ ਇਹ ਬਿਰਹਾ ਦੀ ਪੀੜ, ਇਹ ਬਿਰਹਾ ਦੀ ਪੀੜਾ ਤੁਸੀਂ ਮੈਨੂੰ ਫੇਰ ਦੇ ਕੇ ਜਾਓਗੇ? ਪਾਤਸ਼ਾਹ ਕਿਰਪਾ ਕਰੋ, ਇਹ ਬਿਰਹਾ ਦੀ ਪੀੜਾ ਮੇਰੇ ਕੋ ਸਹਿਨ ਨਹੀਂ ਹੁੰਦੀ ਪਾਤਸ਼ਾਹ। ਮੈਂ ਆਪ ਜੀ ਦੇ ਦਰਸ਼ਨ ਕਰਨ ਚਾਹਨਾ ਤੇ ਪਾਤਸ਼ਾਹ ਮੈਂ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਕਰਾਂਗਾ? ਤੇ ਜਦੋਂ ਪਾਤਸ਼ਾਹ ਅੰਤਰਯਾਮੀ ਪਾਤਸ਼ਾਹ ਉਹ ਦੇਖਦੇ ਨੇ ਕਿ ਇਹਨਾਂ ਨੂੰ ਇਹ ਸੱਚੇ ਮਨ ਦੇ ਨਾਲ ਅਰਦਾਸਾਂ ਕਰਨੇ ਨੇ, ਰਾਏ ਬੁਲਾਰ ਜੀ ਕਹਿੰਦੇ ਨੇ, ਰਾਏ ਬੁਲਾਰ ਜੀ ਨਾਮ ਜਪੋ, ਨਾਮ ਆਪਣੇ ਹਿਰਦੇ ਦੇ ਵਿੱਚ ਚੇਤੇ ਰੱਖੋ। ਹਾਂ, ਜਦੋਂ ਤੁਸੀਂ ਤੁਹਾਨੂੰ ਯਾਦ ਆਏ ਤੁਸੀਂ ਸਾਨੂੰ ਵੀ ਚੇਤੇ ਕਰ ਲਿਆ ਕਰਿਓ। ਜਦੋਂ ਤੁਸੀਂ ਸਾਨੂੰ ਚੇਤੇ ਕਰੋਗੇ ਤੁਸੀਂ ਸਾਨੂੰ ਆਪਣੇ ਅੰਗ ਸੰਗ ਪਾਓਗੇ। ਕਹਿੰਦੇ ਨੇ ਸਰੀਰ ਤੋਂ ਅਸੀਂ ਤੁਹਾਡੇ ਤੋਂ ਦੂਰ ਜਾ ਰਹੇ ਹਾਂ ਰਾਏ ਜੀ, ਰਾਜਾ ਜੀ, ਅਸੀਂ ਸਰੀਰਿਕ ਰੂਪ ਤੋਂ ਤੁਹਾਡੇ ਤੋਂ ਦੂਰ ਜਾ ਰਹੇ ਹਾਂ, ਪਰ ਅਸੀਂ ਸਦਾ ਹੀ ਤੁਹਾਡੇ ਅੰਗ ਸੰਗ ਹਾਂ, ਸਦਾ ਹੀ ਅਸੀਂ ਤੁਹਾਡੇ ਨੇੜੇ ਹਾਂ। ਸੰਗਤ ਜੀ ਉਪਦੇਸ਼ ਦੇ ਕੇ ਪਾਤਸ਼ਾਹ ਰਾਏ ਬੁਲਾਰ ਜੀ ਨੂੰ ਨਾਮ ਦੀ ਦਾਤ ਬਖਸ਼ ਕੇ, ਜਿੱਦਾਂ ਹੁਣ ਅਸੀਂ ਸ਼ਬਦ ਪੜਿਆ ਨਾ, ਕਿਰਪਾ ਕਰੇ ਤਾਂ ਪੀਵਾ, ਪਾਤਸ਼ਾਹ ਨੇ ਰਾਏ ਬੁਲਾਰ ਜੀ ਦੇ ਉੱਤੇ ਕਿਰਪਾ ਕੀਤੀ, ਉਹਨਾਂ ਨੂੰ ਨਾਮ ਦਾ ਅੰਮ੍ਰਿਤ ਦਿੱਤਾ ਔਰ ਉਹਨਾਂ ਨੇ ਨਾਮ ਅੰਮ੍ਰਿਤ ਪੀਣਾ ਸ਼ੁਰੂ ਕਰ ਦਿੱਤਾ। ਹੁਣ ਵਾਪਸ ਆਉਂਦੇ ਨੇ ਮਾਤਾ ਤ੍ਰਿਪਤਾ ਜੀ ਕੋਲ, ਵਾਪਸ ਆਉਂਦੇ ਨੇ। ਹੁਣ ਮਾਤਾ ਤ੍ਰਿਪਤਾ ਜੀ ਵੀ ਉਦਾਸ ਨੇ। ਕਿਉਂ? ਕਿਉਂਕਿ ਹੁਣ ਪੁੱਤਰ ਨੇ ਵਾਪਸ ਸੁਲਤਾਨਪੁਰ ਨੂੰ ਜਾਣਾ ਹੈ। ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਪਿਆਰ ਕਰਦੇ ਨੇ, ਮੁਖੜੇ ਤੇ ਹੱਥ ਫੇਰਦੇ ਨੇ, ਮੱਥਾ ਪਲੋਸਦੇ ਨੇ, ਬਾਰ-ਬਾਰ ਮੁਖੜੇ ਤੇ ਹੱਥ ਫੇਰਦੇ ਨੇ। ਵਿਰਾਗ ਆ ਗਿਆ ਹੈ, ਵਿਰਾਗ ਆ ਗਿਆ ਹੈ, ਕਿਉਂਕਿ ਹੁਣ ਪੁੱਤਰ ਨੇ ਫਿਰ ਜਾਣਾ ਹੈ। ਤੇ ਸੰਗਤ ਜੀ ਨਾਲ ਅਰਦਾਸਾਂ ਕਰਦੇ ਨੇ। ਸੰਗਤ ਜੀ ਸਾਡੇ ਬੱਚੇ ਨੇ ਵੀ ਕਿਤੇ ਜਾਣਾ ਹੋਇਆ, ਅਸੀਂ ਕਹਿੰਦੇ ਨੇ ਬਾਬਾ ਜੀ ਇਹਨਾਂ ਦਾ ਧਿਆਨ ਰੱਖਿਓ, ਸੁਖੀ ਸਾਂਦੀ ਪਹੁੰਚ ਜਾਏ ਜਿੱਥੇ ਜਾਣਾ। ਹੁਣ ਮਾਤਾ ਜੀ ਵੀ ਅੱਖਾਂ 'ਚ ਜਲ ਹੈ, ਨੇਤਰਾਂ 'ਚ ਜਲ ਹੈ, ਮੁਖੜੇ ਤੇ ਆਪਣੇ ਪੁੱਤਰ ਦੇ ਮੁਖੜੇ ਤੇ ਹੱਥ ਫੇਰ ਰਹੇ ਨੇ, ਸਿਰ ਤੇ ਹੱਥ ਫੇਰ ਰਹੇ ਨੇ, ਪ੍ਰੇਮ ਕਰ ਰਹੇ ਨੇ, ਪਿਆਰ ਕਰ ਰਹੇ ਨੇ ਔਰ ਨਾਲ ਅਰਦਾਸਾਂ ਕਰ ਰਹੇ ਨੇ, हे ਸੱਚੇ ਪਾਤਸ਼ਾਹ, हे ਪ੍ਰਭੂ, ਇਹ ਸੁਖ ਸਾਂਦ ਨਾਲ ਇਹ ਤਲਵੰਡੀ ਪਹੁੰਚ ਜਾਣ, ਇਹਨਾਂ ਦਾ ਧਿਆਨ ਰੱਖਿਓ, ਇਹਨਾਂ ਨੂੰ ਕੁਸ਼ਲ ਮੰਗਲ ਨਾਲ ਪਹੁੰਚਾ ਦਿਓ ਜਿੱਥੇ ਇਹਨਾਂ ਨੇ ਜਾਣਾ ਹੈ। ਪਰ ਮਾਤਾ ਜੀ ਨੂੰ ਕੀ ਪਤਾ ਕਿ ਉਹ ਪਰਮੇਸ਼ਵਰ ਤੇ ਆਪ ਉਹਨਾਂ ਦੇ ਸਾਹਮਣੇ ਖੜੇ ਨੇ, ਆਪ ਉਹਨਾਂ ਦੀਆਂ ਅਰਦਾਸਾਂ ਸੁਣਦੇ ਪਏ ਨੇ। ਸੰਗਤ ਜੀ ਮਾਤਾ ਸੁਲੱਖਣੀ ਜੀ ਵੀ ਹੁਣ ਤਿਆਰ ਹੁੰਦੇ ਨੇ ਜਾਣ ਵਾਸਤੇ। ਪਾਤਸ਼ਾਹ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਗੁਰਦਾਸ ਜੀ ਲਿਖਦੇ ਨੇ, ਮਾਂ ਪਿਓ ਪਰ ਹਰ ਕਰੈ ਦਾਨ ਬੇਈਮਾਨ ਅਗਿਆਨ ਪ੍ਰਾਣੀ। ਪਾਤਸ਼ਾਹ ਵੀ ਆਪਣੇ ਸੰਸਾਰਿਕ ਪੂਰਾ ਕਰਦੇ ਨੇ ਤਾਂ ਕਿ ਜਿਸ ਤਰ੍ਹਾਂ ਮਾਤਾ ਪਿਤਾ ਜੀ ਨੂੰ ਪੂਰਾ ਸਨਮਾਨ ਦਿੰਦੇ ਨੇ, ਮੱਥਾ ਟੇਕਦੇ ਨੇ। ਗੁਰਦਾਸ ਜੀ ਕਹਿੰਦੇ ਨੇ ਜੇ ਮਾਂ ਪਿਓ ਨੂੰ ਕੋਈ ਸਿੱਖ ਮਾਂ ਪਿਓ ਨੂੰ ਦੂਰ ਕਰਕੇ ਅਗਰ ਕੋਈ ਦਾਨ ਦਿੰਦਾ ਹੈ, ਕੋਈ ਦਾਨ ਪੁੰਨ ਕਰਦਾ ਹੈ ਤੇ ਉਹਦਾ ਦਾਨ ਪੁੰਨ, ਉਹਦਾ ਧਰਮ ਕੀਤਾ ਹੋਇਆ ਕੋਈ ਸਭ ਨਿਸ਼ਫਲ ਹੈ ਅਗਰ ਉਹ ਆਪਣੇ ਮਾਪਿਓ ਨੂੰ ਨਹੀਂ ਪੁੱਛਦਾ।
ਪਰ ਪਾਤਸ਼ਾਹ ਤੇ ਜਾਣ ਹੀ ਜਾਣ ਨੇ। ਉਹ ਪੁੱਤਰ ਦਾ ਵੀ ਕਰਮ ਪੂਰੀ ਤਰ੍ਹਾਂ ਨਿਭਾ ਰਹੇ ਨੇ, ਮਾਤਾ ਜੀ ਨੂੰ ਮੱਥਾ ਟੇਕਦੇ ਨੇ। ਸਾਰੇ ਆਂਢ ਗੁਆਂਢ ਵਾਲੇ ਆ ਕੇ ਉਹਨਾਂ ਨੂੰ ਮਿਲ ਰਹੇ ਨੇ, ਕਿਉਂਕਿ ਹੁਣ ਉਹਨਾਂ ਨੇ ਤਲਵੰਡੀ ਜਾਣਾ ਹੈ। ਮਾਤਾ ਜੀ ਜਗਤ ਮਾਤਾ ਸੁਲੱਖਣੀ ਜੀ ਨੂੰ ਆਸ਼ੀਰਵਾਦ ਦਿੰਦੇ ਨੇ, ਆਸ਼ੀਰਵਾਦ ਦਿੰਦੇ ਨੇ, ਕਹਿੰਦੇ ਨੇ ਸਦਾ ਸੁਹਾਗਣ ਰਹੋ, ਸਦਾ ਸੁਹਾਗਣ ਰਹੋ, ਭਾਗਾਂ ਵਾਲੇ ਪੁੱਤਰਾਂ ਦੀ ਮਾਂ ਬਣੇ, ਔਰ ਤੇਰੇ ਚਿੱਤ ਦੇ ਵਿੱਚ ਹਮੇਸ਼ਾ ਪਤੀ ਪਰਮੇਸ਼ਵਰ ਦਾ ਪਤੀ ਤੇਰੇ ਚਿੱਤ 'ਚ ਰਵੇ। ਇਹ ਮਾਤਾ ਸੁਲੱਖਣੀ ਜੀ ਨੂੰ ਮਾਤਾ ਤ੍ਰਿਪਤਾ ਜੀ ਆਸ਼ੀਰਵਾਦ ਦਿੰਦੇ ਨੇ। ਸਾਰੇ ਆ ਕੇ ਮਿਲ ਮਿਲ ਕੇ ਜਾ ਰਹੇ ਨੇ। ਹੁਣ ਅੰਤਰਜਾਮੀ ਪਿਤਾ ਜੀ ਨੂੰ, ਅੰਤਰਜਾਮੀ ਪਾਤਸ਼ਾਹ ਨੂੰ ਤੇ ਪਤਾ ਹੈ ਕਿ ਹੁਣ ਪਿਤਾ ਜੀ ਨੇ ਆ ਕੇ ਮਿਲਣਾ ਹੈ। ਸਾਰੇ ਜਦੋਂ ਸਾਰੇ ਮਿਲ ਕੇ ਚਲੇ ਗਏ ਪਾਤਸ਼ਾਹ ਨੂੰ, ਹੁਣ ਪਿਤਾ ਜੀ ਆ ਕੇ ਮਿਲਦੇ ਨੇ। ਆ ਕੇ ਮਿਲਦੇ ਨੇ ਤੇ ਹੁਣ ਪਿਤਾ ਜੀ ਨੇ ਸਮਝਾਣਾ ਹੈ, ਪਿਤਾ ਜੀ ਨੇ ਆਪਣਾ ਕਰਮ ਕਰਨਾ ਹੈ। ਹੁਣ ਪਿਤਾ ਜੀ ਪਾਤਸ਼ਾਹ ਨੂੰ ਸਮਝਾਉਂਦੇ ਨੇ, ਦੇਖੋ ਨਾਨਕ ਜੀ, ਹੁਣ ਤੁਸੀਂ ਘਰ ਗ੍ਰਸਤੀ ਵਾਲੇ ਹੋ ਗਏ ਹੋ, ਹੁਣ ਐਨੀ ਉਦਾਰਤਾ ਚੰਗੀ ਨਹੀਂ ਹੈ। ਹੁਣ ਐਨਾ ਦਾਨ ਪੁੰਨ ਜਿੰਨਾ ਤੁਸੀਂ ਕਰਨਾ ਸੀ ਨਾ ਕਰ ਲਿੱਤਾ, ਹੁਣ ਪਹਿਲੇ ਵਾਲੀ ਗੱਲਾਂ ਨਹੀਂ ਰਹੀਆਂ। ਹੁਣ ਨਾ ਥੋੜਾ ਨਾ ਆਪਣਾ ਪੈਸਾ ਸਾਂਭ ਕੇ ਰੱਖਣਾ ਹੈ। ਹੁਣ ਤੁਹਾਡਾ ਦੋ ਘਰਾਂ ਨਾਲ ਸੰਬੰਧ ਜੁੜ ਗਿਆ ਹੈ। ਇੱਕ ਤੇ ਤੁਹਾਡਾ ਆਪਣਾ ਘਰ ਬਣ ਗਿਆ ਹੈ, ਇੱਕ ਤੁਸੀਂ, ਕਿਉਂਕਿ ਹੁਣ ਸੰਗਤ ਜੀ ਮਾਤਾ ਜੀ ਦੇ ਨਾਲ, ਮਾਤਾ ਜੀ ਦਾ ਵੀ ਪਰਿਵਾਰ ਦੇ ਨਾਲ ਸੰਬੰਧ ਜੁੜ ਗਿਆ ਹੈ। ਕਹਿੰਦੇ ਨੇ ਹੁਣ ਤੁਸੀਂ ਆਪਣਾ ਪੈਸਾ ਸਾਂਭ ਕੇ ਰੱਖਣਾ ਹੈ। ਹੁਣ ਤੁਸੀਂ ਗ੍ਰਸਤੀ ਵਾਲੇ ਹੋ ਗਏ ਹੋ, ਔਰ ਇਹ ਵੇਖੋ ਜਿੱਥੇ ਪੈਸਾ ਕੰਮ ਆਂਦਾ ਨਾ, ਉੱਥੇ ਪੈਸਾ ਹੀ ਕੰਮ ਆਂਦਾ ਹੈ। ਜਿਹਦੇ ਕੋਲ ਪੈਸਾ ਹੁੰਦਾ ਹੈ ਉਹਦਾ ਹੀ ਸਤਿਕਾਰ ਹੁੰਦਾ ਹੈ। ਫਿਰ ਸਮਝਾਉਂਦੇ ਨੇ, ਕਹਿੰਦੇ ਹੋਵੇ ਪੱਲੇ ਪੈਸਾ ਔਰ ਹੋਵੇ ਬੰਦਾ ਕਮਲਾ, ਕਹਿੰਦੇ ਨੇ ਪਰ ਸਾਰੇ ਉਹਨੂੰ ਬੜਾ ਅਕਲ ਵਾਲਾ ਕਹਿੰਦੇ ਨੇ, ਬੜਾ ਸਿਆਣਾ ਕਹਿੰਦੇ ਨੇ। ਕਹਿੰਦੇ ਨੇ ਇਹ ਤੇ ਧਨ ਦੀ ਵਡਿਆਈ ਹੁੰਦੀ ਹੈ। ਜਿਹਦੇ ਕੋਲ ਧਨ ਹੋਵੇ ਨਾ, ਸਾਰੇ ਉਹਨੂੰ ਹੀ ਪੁੱਛਦੇ ਨੇ। ਤੇ ਹੁਣ ਤੁਸੀਂ ਆਪਣਾ ਧਨ ਸਾਂਭ ਕੇ ਰੱਖੋ, ਬਗੈਰ ਧਨ ਤੋਂ ਤੇ ਗੁਜ਼ਾਰਾ ਨਹੀਂ ਹੁੰਦਾ। ਪਿਤਾ ਜੀ ਪੂਰੀ ਆਪਣੀ ਤਰੀਕੇ ਦੇ ਨਾਲ ਪਾਤਸ਼ਾਹ ਨੂੰ ਸਮਝਾਉਂਦੇ ਨੇ। ਪਾਤਸ਼ਾਹ ਪਿਤਾ ਜੀ ਨੂੰ ਮੱਥਾ ਟੇਕ ਕੇ, ਮਾਤਾ ਜੀ ਨੂੰ ਮੱਥਾ ਟੇਕ ਕੇ, ਮਾਤਾ ਸੁਲੱਖਣੀ ਜੀ ਪਾਲਕੀ 'ਚ ਬੈਠ ਜਾਂਦੇ ਨੇ। ਅੱਗੇ ਅੱਗੇ ਪਾਤਸ਼ਾਹ ਤੁਰਦੇ ਨੇ, ਹੌਲੀ ਹੌਲੀ ਤੁਰਦੇ ਨੇ। ਪਿੱਛੇ ਪਿੱਛੇ ਮਾਤਾ ਸੁਲੱਖਣੀ ਜੀ ਪਾਲਕੀ ਦੇ ਵਿੱਚ ਤੇ ਸੰਗਤ ਦੀ ਚਾਲੇ ਪਾ ਦਿੰਦੇ ਨੇ ਸੁਲਤਾਨਪੁਰ ਵਾਸਤੇ। ਹੌਲੀ 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 ਕਰਦਿਆਂ ਸੰਗਤ ਜੀ ਸੁਲਤਾਨਪੁਰ ਪਹੁੰਚ ਗਏ। ਜਿਸ ਤਰ੍ਹਾਂ ਹੀ ਸੁਲਤਾਨਪੁਰ ਪਹੁੰਚੇ, ਘਰ ਪਹੁੰਚੇ, ਬੇਬੇ ਨਾਨਕੀ ਜੀ ਤੇ ਪ੍ਰਸੰਨ ਹੋ ਗਏ। ਉਹਨਾਂ ਦੀ ਤੇ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਮੇਰਾ ਭਰਾ ਆਇਆ ਹੈ, ਮੇਰੀ ਭਰਜਾਈ ਆਈ ਹੈ, ਧੰਨ ਭਾਗ ਮੇਰਾ ਵੀਰ ਆਇਆ ਹੈ। ਔਰ ਸੰਗਤ ਜੀ ਦੌੜ ਕੇ ਗਏ, ਫਟਾਫਟ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਝੁਕ ਗਏ। ਪਾਤਸ਼ਾਹ ਨੇ ਫਟਾਫਟ ਬੇਬੇ ਜੀ ਨੂੰ ਉਠਾਇਆ। ਕਹਿੰਦੇ ਬੇਬੇ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਏਦਾਂ ਨਾ ਕਰਿਆ ਕਰੋ। ਬੇਬੇ ਜੀ ਕਹਿੰਦੇ ਆ ਤੁਸੀਂ ਮੈਨੂੰ ਏਦਾਂ ਕਰ ਲੈਂਦਿਆ ਕਰੋ, ਮੈਨੂੰ ਆਪਣੇ ਚਰਨਾਂ ਤੇ ਝੁਕ ਲੈਂਦਿਆ ਕਰੋ, ਸਤਿਗੁਰੂ ਮੈਨੂੰ ਝੁਕ ਲੈਂਦਿਆ ਕਰੋ ਆਪਣੇ ਚਰਨਾਂ ਤੇ। ਸੰਗਤ ਜੀ ਬੇਬੇ ਜੀ ਅੰਦਰ ਲੈ ਜਾਂਦੇ ਨੇ, ਅੰਦਰ ਲੈ ਜਾਂਦੇ ਨੇ। ਆਂਢ ਗੁਆਂਢ ਵਾਲੇ ਸਾਰੇ ਆ ਜਾਂਦੇ ਨੇ, ਕਿਉਂਕਿ ਤਲਵੰਡੀ ਵਿੱਚ ਤੇ ਜਾਸੀ ਬੜਾ ਹੈ। ਹੁਣ ਮਹੀਨਾ ਹੋ ਗਿਆ ਪਾਤਸ਼ਾਹ ਨੂੰ ਸੁਲਤਾਨਪੁਰ ਤੋਂ ਗਏ। ਸਾਰੇ ਆ ਜਾਂਦੇ ਨੇ ਆਂਢ ਗੁਆਂਢ ਵਾਲੇ। ਹੱਟੀ ਤੇ ਪਤਾ ਚੱਲਦਾ ਹੈ, ਹੱਟ ਸਾਹਿਬ ਤੇ ਪਤਾ ਚੱਲਦਾ ਹੈ ਭਾਈ ਬਾਲਾ ਜੀ ਨੂੰ ਕਿ ਘਰ ਤੇ ਪਾਤਸ਼ਾਹ ਆ ਗਏ ਨੇ। ਉਹਨਾਂ ਦੇ ਸੰਗਤ ਜੀ ਉਹ ਤੇ ਪਹਿਲਾਂ ਹੀ ਬੜੇ ਵਿਆਕੁਲ ਹੋਏ ਹੁੰਦੇ ਨੇ ਆਪਣੇ ਮਾਲਿਕ ਦੇ ਦਰਸ਼ਨਾਂ ਵਾਸਤੇ। ਜਿਸ ਤਰ੍ਹਾਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਘਰ ਪਾਤਸ਼ਾਹ ਆ ਗਏ ਨੇ, ਸਾਰਾ ਸਾਜੋ ਸਮਾਨ ਉੱਥੇ ਹੀ ਛੱਡ ਕੇ ਉਹ ਤੇ ਦੌੜ ਆਉਂਦੇ ਨੇ, ਫਟਾਫਟ ਘਰ ਆ ਜਾਂਦੇ ਨੇ। ਘਰ ਆ ਕੇ ਦੇਖਦੇ ਨੇ ਕਿ ਪਹਿਲਾਂ ਹੀ ਕਿੰਨੇ ਲੋਕਾਂ ਨੇ ਭੀੜ ਕੀਤੀ ਹੋਈ ਹੈ ਪਾਤਸ਼ਾਹ ਨੂੰ ਦਰਸ਼ਨਾਂ ਵਾਸਤੇ, ਉਹਨਾਂ ਨੂੰ ਮਿਲਣ ਵਾਸਤੇ। ਤੇ ਭਾਈ ਬਾਲਾ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਜੀ ਨੂੰ ਕਿ ਗੁਰੂ ਅੰਗਦ ਦੇਵ ਜੀ ਮੈਂ ਵੀ ਜਾ ਕੇ ਉਹਦੇ ਵਿੱਚ ਸਾਰਿਆਂ ਦੇ ਵਿੱਚ ਖਲੋ ਗਿਆ, ਔਰ ਜਦੋਂ ਮੇਰੇ ਸਤਿਗੁਰਾਂ ਨੇ ਮੇਰੇ ਉੱਤੇ ਦਇਆ ਭਰੀ ਦ੍ਰਿਸ਼ਟੀ ਪਾਈ ਨਾ, ਤੇ ਮੈਂ ਫਟਾਫਟ ਅੱਗੇ ਜਾ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਤਾ। ਤੇ ਫਿਰ ਪਤਾ ਉਹ ਭਾਈ ਬਾਲਾ ਜੀ ਕਹਿ ਰਹੇ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ, ਕਹਿੰਦੇ ਪਾਤਸ਼ਾਹ ਫਿਰ ਪਤਾ ਮੇਰੇ ਸਤਿਗੁਰਾਂ ਨੇ ਮੈਨੂੰ ਕੀ ਕਿਹਾ? ਮੈਨੂੰ ਪੁੱਛਦੇ ਨੇ ਬਾਲਿਆ ਤੇਰਾ ਕੀ ਹਾਲ ਹੈ, ਤੇਰੀ ਸਿਹਤ ਤੇ ਠੀਕ ਹੈ ਨਾ? ਸੰਗਤ ਜੀ
ਜੇ ਆਪਣਾ ਪ੍ਰਭੂ, ਜੇ ਆਪਣਾ ਪਰਮੇਸ਼ਵਰ, ਕੋਈ ਸੰਗਤ ਜੀ ਉਹ ਤੇ ਗੁਰੂ ਸਾਹਿਬਾਨ ਸੀ। ਜੇ ਅਸੀਂ ਕਿਤੇ ਜਾਂਦੇ ਹਾਂ, ਕੋਈ VIP ਬੰਦਾ ਜਾਂ ਕੋਈ ਵੱਡਾ ਮਹਾਪੁਰਸ਼ ਸਾਨੂੰ ਸਾਡਾ ਨਾਮ ਲੈ ਕੇ ਪੁਕਾਰੇ ਔਰ ਸਾਨੂੰ ਪੁੱਛੇ ਤੁਸੀਂ ਠੀਕ ਹੋ, ਤੇ ਸੰਗਤ ਜੀ ਸਾਨੂੰ ਕਿੰਨੀ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਹੀ ਭਾਈ ਬਾਲਾ ਜੀ ਨੂੰ, ਕਿਉਂਕਿ ਭਾਈ ਬਾਲਾ ਜੀ ਦੀ ਵੀ ਮਨ ਨਾ ਟਿਕ ਗਿਆ ਹੋਇਆ ਸੀ, ਉਹਨਾਂ ਦੇ ਉੱਤੇ ਵੀ ਕਿਰਪਾ ਕਰ ਦਿੱਤੀ ਹੋਈ ਸੀ ਪਾਤਸ਼ਾਹ ਨੇ। ਤੇ ਕਹਿੰਦੇ ਨੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ, ਪਾਤਸ਼ਾਹ ਫਿਰ ਪਤਾ ਮੈਂ ਆਪਣੇ ਸਤਿਗੁਰਾਂ ਨੂੰ ਕੀ ਜਵਾਬ ਦਿੱਤਾ? ਮੈਂ ਉਹਨਾਂ ਨੂੰ ਕਿਹਾ ਕਿ ਪਾਤਸ਼ਾਹ ਤੁਸੀਂ ਤੇ ਕਦੋਂ ਦੀ ਦਇਆ ਦ੍ਰਿਸ਼ਟੀ ਪਾ ਕੇ ਤੁਸੀਂ ਤੇ ਮੇਰੇ ਸਾਰੇ ਦੁੱਖ ਕਲੇਸ਼ ਦੂਰ ਕਰ ਦਿੱਤੇ ਹੋਏ ਨੇ। ਤੁਸੀਂ ਤੇ ਮੇਰੇ ਸਾਰੇ ਹੀ ਦੁੱਖ ਦੂਰ ਕਰ ਦਿੱਤੇ ਹੋਏ ਨੇ ਪਾਤਸ਼ਾਹ, ਦਇਆ ਦੀ ਦ੍ਰਿਸ਼ਟੀ ਪਾ ਕੇ। ਔਰ ਪਾਤਸ਼ਾਹ ਤੁਹਾਡੀ ਤੇ ਸ਼ਰਧਾ ਹੁਣ ਮੇਰੇ ਮਨ 'ਚ ਵਸ ਗਈ ਹੈ, ਮੈਂ ਤੁਹਾਡੀ ਸ਼ਰਧਾ ਆਪਣੇ ਮਨ 'ਚ ਧਾਰਨ ਕਰ ਦਿੱਤੀ ਹੈ। ਔਰ ਪਾਤਸ਼ਾਹ ਜਦੋਂ ਤੋਂ ਮੈਂ ਤੁਹਾਡੀ ਸ਼ਰਧਾ ਆਪਣੇ ਮਨ 'ਚ ਧਾਰੀ ਹੈ ਨਾ, ਤਿੰਨੋਂ ਤਾਪ ਮੈਨੂੰ ਤੇ ਛੂ ਹੀ ਨਹੀਂ ਸਕਦੇ। ਆਦ ਵਿਆਦ ਉਪਾਦ ਤਿੰਨੋਂ ਤਾਪ ਮੈਨੂੰ ਤੇ ਇਹ ਛੂ ਹੀ ਨਹੀਂ ਸਕਦੇ ਪਾਤਸ਼ਾਹ, ਜਦੋਂ ਤੋਂ ਮੈਂ ਤੁਹਾਡਾ ਧਿਆਨ ਧਾਰਿਆ ਆਪਣੇ ਚਿੱਤ ਦੇ ਵਿੱਚ। ਔਰ ਫਿਰ ਪਤਾ ਮੇਰੇ ਪਾਤਸ਼ਾਹ ਮੈਨੂੰ ਕੀ ਕਹਿੰਦੇ? ਬਾਲਾ ਜੀ ਕਹਿੰਦੇ ਪਾਤਸ਼ਾਹ ਬਾਲਾ ਜੀ ਨੇ ਮੈਨੂੰ ਆਸ਼ੀਰਵਾਦ ਕੀਤਾ, ਬਾਲਿਆ ਤੇਰੇ ਚਿੱਤ ਦੇ ਵਿੱਚ ਕਰਤਾਰ ਸਦਾ ਵਸਦਾ ਰਹੇ, ਕਰਤਾਰ ਤੇਰੇ ਚਿੱਤ 'ਚ ਸਦਾ ਵਸਦਾ ਰਹੇ ਬਾਲਿਆ। ਸੰਗਤ ਜੀ ਭਾਈ ਬਾਲਾ ਜੀ ਕਹਿੰਦੇ ਨੇ ਸੁਲਤਾਨਪੁਰ ਦੇ ਸਾਰੇ ਪ੍ਰੇਮੀ ਸ਼ਰਧਾਲੂ ਕਹਿੰਦੇ ਆ ਕੇ ਦਰਸ਼ਨ ਕਰ ਕਰਕੇ ਨਿਹਾਲ ਹੋ ਰਹੇ ਸੀ। ਹੁਣ ਸੰਗਤ ਜੀ ਸਾਰੇ ਉੱਥੇ ਨਿਹਾਲ ਹੋ ਰਹੇ ਦਰਸ਼ਨ ਕਰ ਕਰਕੇ। ਹੁਣ ਬੇਬੇ ਜੀ ਨੇ ਹੁਣ ਪ੍ਰਸ਼ਾਦਾ ਤਿਆਰ ਕੀਤਾ। ਉਹਨਾਂ ਨੂੰ ਬੜਾ ਚਾਅ ਰਹਿੰਦਾ ਸੀ ਕਿ ਮੈਂ ਆਪਣੇ ਹੱਥੀਂ ਪ੍ਰਸ਼ਾਦਾ ਬਣਾਵਾਂ ਔਰ ਆਪਣੇ ਹੱਥੀਂ ਪ੍ਰਸ਼ਾਦਾ ਛਕਾਵਾਂ। ਸੰਗਤ ਜੀ ਜਿਹੜਾ ਫੁਲਕਾ ਫੁੱਲ ਜਾਣਾ ਨਾ, ਬੇਬੇ ਜੀ ਨੇ ਕਹਿਣਾ ਇਹ ਕਿੰਨਾ ਸੋਹਣਾ ਫੁਲਕਾ ਫੁੱਲਿਆ ਹੈ, ਇਹ ਤੇ ਮੈਂ ਆਪਣੇ ਵੀਰ ਨੂੰ ਛਕਾਣਾ ਹੈ। ਔਰ ਪਾਤਸ਼ਾਹ ਅੰਤਰਜਾਮੀ ਪਾਤਸ਼ਾਹ ਉਸੇ ਟਾਈਮ ਘਰ ਆ ਜਾਂਦੇ ਹੁੰਦੇ ਸੀ। ਬੇਬੇ ਜੀ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਉੱਥੇ ਤਿਆਰ ਕੀਤਾ। ਪ੍ਰਸ਼ਾਦਾ ਤਿਆਰ ਕਰਕੇ ਪ੍ਰਸ਼ਾਦਾ ਛਕਾਇਆ। ਸੰਗਤ ਜੀ ਰਾਤ ਪੈ ਗਈ, ਸਾਰਿਆਂ ਨੇ ਵਿਸ਼ਰਾਮ ਕੀਤਾ। ਦਿਨ ਚੜਿਆ। ਪਾਤਸ਼ਾਹ ਨੇ ਅੰਮ੍ਰਿਤ ਵੇਲੇ ਹੀ ਉੱਠ ਕੇ ਇਸ਼ਨਾਨ ਪਾਣੀ ਕਰਕੇ ਪਾਤਸ਼ਾਹ ਆਪਣੇ ਪ੍ਰਭੂ ਦੇ ਨਾਲ ਜੁੜ ਗਏ। ਲਿਵ ਜੁੜ ਗਈ ਪਾਤਸ਼ਾਹ ਦੀ। ਕਰਦਿਆਂ ਦਿਨ ਚੜਿਆ। ਸੰਗਤ ਜੀ ਦਿਨ ਚੜਿਆ ਤੇ ਪਾਤਸ਼ਾਹ ਆਪਣੇ ਹੱਟ ਸਾਹਿਬ ਤੇ ਚਲੇ ਗਏ। ਹੱਟ ਸਾਹਿਬ ਤੇ ਜਾ ਕੇ ਪਾਤਸ਼ਾਹ ਸਭ ਕਿਛ ਹੈ ਸੋ ਤੇਰਾ ਪਾਤਸ਼ਾਹ ਆਪਣੇ ਕੰਮ ਕਾਜ ਚ ਲੱਗ ਗਏ। ਕੰਮ ਕਾਜ ਵਿੱਚ ਲੱਗ ਗਏ ਸੰਗਤ ਜੀ। ਔਰ ਜਿਸ ਤਰ੍ਹਾਂ ਹੀ ਕੰਮ ਕਾਜ ਚ ਲੱਗੇ, ਹੁਣ 1 ਮਹੀਨਾ ਹੋ ਗਿਆ ਸੀ ਹੱਟ ਸਾਹਿਬ ਤੋਂ ਗਏ। ਜਿਹੜਾ ਵੀ ਵਾਧਾ ਘਾਟਾ ਪਿੱਛੋਂ ਵੱਧ ਘਾਟ ਹੋਈ ਸੀ ਪਾਤਸ਼ਾਹ ਨੇ ਜਾਂਦੇ ਹੀ ਉਹ ਪਾਤਸ਼ਾਹ ਨੇ ਆਪਣੇ ਪੂਰਾ ਕਰ ਦਿੱਤਾ। ਹੁਣ ਸੰਗਤ ਜੀ ਦੌਲਤ ਖਾਂ ਹੁਣ ਪਦਾਰਥ ਤੇ ਪਾਉਂਦਾ ਸੀ, ਸੌਦਾ ਪਾਉਂਦਾ ਸੀ ਘੱਟ। ਪਾਤਸ਼ਾਹ ਦਾ ਤੇ ਬਸ 2 ਹੀ ਕੰਮ ਸੀ, ਪਰਮੇਸ਼ਵਰ ਦਾ ਨਾਮ ਜਪਣਾ ਔਰ ਖੁੱਲ ਕੇ ਦਾਨ ਦੇਣਾ। ਇੰਨਾ ਦਾਨ ਵੰਡਦੇ ਹੁੰਦੇ ਸੀ ਪਾਤਸ਼ਾਹ, ਇੰਨਾ ਦਾਨ ਵੰਡਦੇ ਹੁੰਦੇ ਸੀ। ਸਮੇਂ ਤੋਂ ਪਹਿਲਾਂ ਚਲੇ ਜਾਣਾ ਹੱਟ ਸਾਹਿਬ ਤੇ, ਸਮੇਂ ਤੋਂ ਬਾਅਦ ਵੀ ਉੱਥੇ ਹੀ ਬੈਠੇ ਰਹਿਣਾ। ਔਰ ਕਈ ਵਾਰ ਤੇ ਸੰਗਤ ਜੀ ਪਾਤਸ਼ਾਹ ਨੇ ਰਾਤ ਭਰ ਉੱਥੇ ਹੀ ਬੈਠੇ ਰਹਿਣਾ। ਜਦੋਂ ਤੋਂ ਪਾਤਸ਼ਾਹ ਤਲਵੰਡੀ ਗਏ ਸੀ, ਭੁੱਖ ਨੰਗ ਦਲਿਦਰਤਾ ਤੇ ਇਹ ਤਲਵੰਡੀ ਤੋਂ ਜਿੱਦਾਂ ਇਹ ਗਾਇਬ ਹੀ ਹੋ ਗਈ ਸੀ। ਹੁਣ ਸੰਗਤ ਜੀ ਸੁਲਤਾਨਪੁਰ ਦੇ ਵਾਸੀ ਪਾਤਸ਼ਾਹ ਦਾ ਇੰਨਾ ਦਾਨ ਕਰਦਿਆਂ ਦੇਖ ਕੇ ਹੁਣ ਲੋਕੀ ਕਹਿੰਦੇ ਨੇ ਅਨੁਮਾਨ ਲਗਾਉਂਦੇ ਨੇ, ਕਹਿੰਦੇ ਨੇ ਜਿਹੜਾ ਮੋਦੀ ਹੈ ਨਾ ਬੜਾ ਦਿਆਲੂ ਹੈ, ਬੜਾ ਹੀ ਦਾਨ ਵੰਡਦਾ ਹੈ। ਸਾਡੇ ਮੋਦੀ ਦੇ ਕੋਲ ਨਾ ਜ਼ਰੂਰ ਕੋਈ ਐਸਾ ਰਸਾਇਣ ਹੋਣਾ ਹੈ ਕਿ ਇਹ ਉਸ ਰਸਾਇਣ ਦੇ ਨਾਲ ਸੋਨਾ ਬਣਾ ਲੈਂਦੇ ਹੋਣਗੇ ਔਰ ਸੋਨਾ ਫਿਰ ਵੇਚ ਦਿੰਦੇ ਹੋਣਗੇ ਔਰ ਫਿਰ ਉਹ ਵੇਚ ਕੇ ਇਹ ਦਾਨ ਵੰਡ ਦਿੰਦੇ ਨੇ ਹੈ। ਔਰ ਸੰਗਤ ਜੀ ਕਈ ਕਹਿੰਦੇ ਨਹੀਂ
ਜਿੱਥੇ ਧਰਮ ਦੀ ਕਿਰਤ ਹੁੰਦੀ ਹੈ ਨਾ, ਉੱਥੇ ਤੇ ਕਦੀ ਘਾਟਾ ਪੈ ਹੀ ਨਹੀਂ ਸਕਦਾ, ਉੱਥੇ ਨਹੀਂ ਘਾਟਾ ਪੈ ਸਕਦਾ। ਪਰ ਕਈ ਕਹਿੰਦੇ ਨੇ ਇਹ ਇਹਨਾਂ ਦੇ ਕੋਲ ਨਾ ਜ਼ਰੂਰ ਕੋਈ ਪਾਰਸ ਪੱਥਰ ਹੋਣਾ ਹੈ, ਇਹ ਪਰ ਲੋਹੇ ਨੂੰ ਛੁਆ ਦਿੰਦੇ ਨੇ, ਉਹ ਸੋਨਾ ਬਣ ਜਾਂਦਾ, ਇਹ ਸੋਨਾ ਵੇਚ ਦਿੰਦੇ ਨੇ ਤੇ ਇਹ ਫਿਰ ਦਾਨ ਕਰ ਦਿੰਦੇ ਨੇ। ਕਹਿੰਦੇ ਦੌਲਤ ਖਾਂ ਇੰਨਾ ਸੌਦਾ ਥੋੜੀ ਪਾਉਂਦਾ ਹੈ, ਦੌਲਤ ਖਾਂ ਥੋੜੀ ਇੰਨਾ ਪੈਸਾ ਦਿੰਦਾ ਹੈ, ਇਹ ਤੇ ਇੰਨਾ ਦਾਨ ਦਿੰਦੇ ਨੇ ਕਿ ਕਦੀ ਸੌਦਾ ਘਟਿਆ ਹੀ ਨਹੀਂ। ਕੁਝ ਕਹਿੰਦੇ ਨੇ ਇਹ ਨਾ ਬੜੇ ਕਰਾਮਾਤੀ ਪੁਰਸ਼ ਨੇ, ਇਹ ਕੋਈ ਆਮ ਪੁਰਸ਼ ਨਹੀਂ ਹੈ, ਇਹ ਬੜੇ ਕਲਾਵਾਨ ਨੇ, ਕਰਾਮਾਤਾਂ ਆਉਂਦੀਆਂ ਇਹਨਾਂ ਨੂੰ, ਇਹ ਕਰਾਮਾਤਾਂ ਕਰਦੇ ਨੇ ਤਾਂ ਇਹ ਦਾਨ ਵੰਡਦੇ ਨੇ। ਕਈ ਕਹਿੰਦੇ ਇਹਨਾਂ ਨੇ ਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਨੇ, ਕਈ ਕਹਿੰਦੇ ਇਹਨਾਂ ਨੇ ਦੇਵਤਿਆਂ ਨੂੰ ਵਸ ਕੀਤਾ ਹੋਇਆ ਹੈ, ਉਹਨਾਂ ਕੋ ਵਰ ਲਿੱਤਾ ਹੋਇਆ ਹੈ। ਹੁਣ ਲੋਕੀ ਬੜੀ ਗੱਲਾਂ ਬਣਾਉਂਦੇ ਨੇ, ਕਈ ਕਹਿੰਦੇ ਦੇਵਤਿਆਂ ਨੂੰ ਵਸ ਕੀਤਾ ਹੈ, ਪਰ ਸੰਗਤ ਜੀ ਉਹਨਾਂ ਨੂੰ ਕੀ ਪਤਾ ਕਿ 33 ਕਰੋੜ ਦੇਵਤੇ ਤੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸੀ। ਪਾਤਸ਼ਾਹ ਨੇ ਕੀ ਕਿਸੇ ਨੂੰ ਵਸ ਕਰਨਾ ਸੀ। ਪਰ ਸੰਗਤ ਜੀ ਹੁਣ ਸੁਲਤਾਨਪੁਰ ਵਿੱਚ ਵੀ ਕਈ ਐਸੇ ਲੋਕ ਸੀ ਜਿਨ੍ਹਾਂ ਤੇ ਪਾਤਸ਼ਾਹ ਨੇ ਆਪਣੀ ਦਇਆ ਭਰੀ ਦ੍ਰਿਸ਼ਟੀ ਪਾਈ ਹੋਈ ਸੀ। ਉਹ ਕਹਿੰਦੇ ਨਹੀਂ ਨਾ, ਇਹ ਭਗਉਣ ਵਿੱਚ ਕਈ ਕਹਿੰਦੇ ਇਹ ਤੇ ਭਗਤ ਨੇ, ਇਹਨਾਂ ਨੇ ਆਪਣੀ ਭਗਤੀ ਕਰਕੇ ਨਾ ਇਹਨਾਂ ਨੇ ਨਾ ਵਸ ਕੀਤਾ ਹੋਇਆ ਦੇਵੀ ਦੇਵਤਿਆਂ ਨੂੰ। ਪਰ ਜਿਹੜੇ ਸ਼ਰਧਾਲੂ ਸੀ ਨਾ, ਜਿਨ੍ਹਾਂ ਉੱਤੇ ਪਾਤਸ਼ਾਹ ਨੇ ਆਪਣੀ ਦਇਆ ਦੀ ਦ੍ਰਿਸ਼ਟੀ ਪਾਈ ਸੀ, ਜਿਨ੍ਹਾਂ ਨੇ ਕਿਰਪਾ ਕੀਤੀ ਸੀ, ਉਹ ਕਹਿੰਦੇ ਨਹੀਂ, ਇਹ ਨਾ ਕੋਈ ਭਗਤ ਨੇ, ਨਾ ਇਹਨਾਂ ਕੋਲ ਕੋਈ ਪਾਰਸ ਪੱਥਰ ਹੈ, ਨਾ ਇਹਨਾਂ ਕੋਲ ਕੋਈ ਰਸਾਇਣ ਹੈ, ਨਾ ਹੀ ਕੋਈ ਇਹਨਾਂ ਕੋਲ ਰਿੱਧੀਆਂ ਸਿੱਧੀਆਂ ਨੇ, ਨਾ ਹੀ ਇਹਨਾਂ ਨੇ ਕੋਈ ਦੇਵਤੇ ਵਸ ਕੀਤੇ ਨੇ। ਕਹਿੰਦੇ ਨੇ ਇਹ ਤੇ ਆਪ ਪਰਮੇਸ਼ਵਰ ਨੇ, ਇਹ ਤੇ ਆਪ ਰੱਬ ਨੇ, ਇਹਨਾਂ ਨੇ ਤੇ ਸਰੀਰ ਹੀ ਧਾਰਨ ਸਾਡੇ ਵਾਸਤੇ ਕੀਤਾ ਹੈ, ਸਾਡਾ ਉਧਾਰ ਕਰਨ ਵਾਸਤੇ, ਇਸ ਜਗਤ ਦਾ ਉਧਾਰ ਕਰਨ ਵਾਸਤੇ ਇਹਨਾਂ ਨੇ ਸਰੀਰ ਧਾਰਿਆ ਹੈ, ਇਹ ਤੇ ਆਪ ਪਰਮੇਸ਼ਵਰ ਨੇ। ਸੰਗਤ ਜੀ ਜਿੰਨੇ ਉਥੋਂ ਦੇ ਲੋਕ ਉਹਨੀਆਂ ਗੱਲਾਂ, ਕੋਈ ਕਹਿਣ ਕੁਝ, ਕੋਈ ਕਹਿਣ ਕੁਝ। ਐਸੇ ਤਰ੍ਹਾਂ ਸੰਗਤ ਜੀ, ਜਿਸ ਤਰ੍ਹਾਂ ਸੰਗਤ ਜੀ ਨਦੀ ਆਪਣਾ ਬਹਾਵ ਬਦਲਦੀ ਨਹੀਂ ਹੈ, ਪੁੱਠੇ ਪਾਸੇ ਨੂੰ ਨਹੀਂ ਜਾਂਦੀ, ਉਸੇ ਤਰ੍ਹਾਂ ਪਾਤਸ਼ਾਹ ਨੇ ਜੋ ਆਪਣਾ ਕਰਮ ਦਾਨ ਵੰਡਣਾ ਔਰ ਨਾਮ ਜਪਣਾ, ਪਾਤਸ਼ਾਹ ਉਹਦੇ ਵਿੱਚ ਹੀ ਲੱਗੇ ਰਹੇ। ਇਸ ਤਰ੍ਹਾਂ ਕਰਦੇ ਸੰਗਤ ਜੀ 1 ਮਹੀਨਾ ਬੀਤ ਗਿਆ ਔਰ ਹੁਣ ਆ ਗਏ ਮੂਲ ਚੰਦ ਜੀ ਆਪਣੀ ਪੁੱਤਰੀ ਨੂੰ ਲੈਣ ਵਾਸਤੇ, ਕਿਉਂਕਿ ਹਾਲੇ ਤੱਕ ਮਾਤਾ ਜੀ ਫੇਰਾ ਪਾਣ ਨਹੀਂ ਗਏ ਸੀ ਤੇ ਮੂਲ ਚੰਦ ਜੀ ਆ ਗਏ ਆਪਣੀ ਪੁੱਤਰੀ ਮਾਤਾ ਸੁਲੱਖਣੀ ਜੀ ਨੂੰ ਬਟਾਲੇ ਲੈ ਕੇ ਜਾਣ ਵਾਸਤੇ। 2 ਦਿਨ ਜੈ ਰਾਮ ਜੀ ਦੇ ਘਰ ਰਹਿੰਦੇ ਨੇ ਮੂਲ ਚੰਦ ਜੀ, ਫਿਰ ਲੈ ਜਾਂਦੇ ਨੇ ਮਾਤਾ ਜੀ ਨੂੰ ਬਟਾਲੇ। ਹੁਣ ਸੰਗਤ ਜੀ ਮਾਤਾ ਜੀ ਉੱਥੇ ਜਾ ਕੇ 1 ਮਹੀਨਾ ਬਟਾਲੇ ਰਹਿੰਦੇ ਨੇ। ਫਿਰ ਪਿੱਛੋਂ ਬੇਬੇ ਜੀ ਜਦੋਂ 1 ਮਹੀਨਾ ਹੋ ਜਾਂਦਾ ਬਟਾਲੇ ਜਾ ਕੇ, ਤੇ ਬੇਬੇ ਜੀ ਸੋਚਦੇ ਨੇ, ਬੇਬੇ ਨਾਨਕੀ ਜੀ, ਕਿ 1 ਮਹੀਨਾ ਹੋ ਗਿਆ ਹੈ, ਹੁਣ ਇਹਨਾਂ ਨੂੰ ਵਾਪਸ ਆਣਾ ਚਾਹੀਦਾ, ਆ ਕੇ ਆਪਣੀ ਘਰ ਗ੍ਰਸਤੀ ਸਾਂਭਣ। ਬਿਨਾਂ ਪਤਨੀ ਦੇ ਘਰ ਕਿੱਦਾਂ ਚੱਲਦਾ ਹੈ? ਘਰ ਦੀ ਪਤਨੀ ਵੀ ਤੇ ਹੋਣੀ ਚਾਹੀਦੀ ਹੈ, ਔਰਤਾਂ ਬਗੈਰ ਤੋਂ ਘਰ ਚੱਲਦਾ ਹੀ ਨਹੀਂ। ਕਿਉਂਕਿ ਸੰਗਤ ਜੀ ਵਿਆਹ ਤੋਂ ਬਾਅਦ ਬੇਬੇ ਨਾਨਕੀ ਜੀ ਨੇ, ਭਾਈ ਜੈ ਰਾਮ ਜੀ ਨੇ ਇੱਕ ਅਲੱਗ ਘਰ ਪਾਤਸ਼ਾਹ ਨੂੰ ਲੈ ਦਿੱਤਾ ਸੀ। ਹੁਣ 1 ਮਹੀਨਾ ਹੋ ਗਿਆ, ਪਾਤਸ਼ਾਹ ਕੋ ਆਗਿਆ ਲੈ ਕੇ ਬੇਬੇ ਜੀ ਨੇ ਇੱਕ ਬ੍ਰਾਹਮਣ ਭੇਜਿਆ ਕਿ ਜਾਓ ਤੁਸੀਂ ਮਾਤਾ ਜੀ ਨੂੰ ਉੱਥੋਂ, ਤੁਸੀਂ ਮਾਤਾ ਸੁਲੱਖਣੀ ਜੀ ਨੂੰ ਤੁਸੀਂ ਬਟਾਲੇ ਤੋਂ ਲੈ ਕੇ ਆਓ। ਬ੍ਰਾਹਮਣ ਦੇ ਨਾਲ ਮਾਤਾ ਸੁਲੱਖਣੀ ਜੀ ਵਾਪਸ ਆ ਜਾਂਦੇ ਨੇ ਸੁਲਤਾਨਪੁਰ। ਹੁਣ ਸੰਗਤ ਜੀ, ਗੁਰਪੀਰਾਂ ਕੀ ਚਾਕਰੀ ਮਹਾ ਕਰੜੀ ਸੁਖਸਾਰ। ਸੰਗਤ ਜੀ, ਗੁਰੂ ਪੀਰਾਂ ਦੇ ਨਾਲ ਰਹਿਣਾ, ਉਹਨਾਂ ਦੀ ਚਾਕਰੀ ਕਰਨੀ ਸੌਖਾ ਕੰਮ ਨਹੀਂ ਹੈ। ਸ਼ੁਰੂ 'ਚ ਮਾਤਾ ਜੀ ਦਾ ਸੁਭਾਅ ਸੰਸਾਰਿਕ ਸੀ ਸੰਗਤ ਜੀ। ਮਾਤਾ ਜੀ ਨੇ ਵੀ ਖਿਜਣਾ, ਇਹ ਕੀ ਹੈ, ਤੁਸੀਂ ਤੇ ਦਾਨ ਦੇਈ ਜਾਂਦੇ ਹੋ, ਤੁਸੀਂ ਤੇ ਦਾਨ ਵੰਡੀ ਜਾਂਦੇ ਹੋ, ਐਦਾਂ ਘਰ ਕਿਸ ਤਰ੍ਹਾਂ ਚੱਲੇਗਾ? ਦਾਨ ਵੰਡੀ ਜਾਂਦੇ ਹੋ, ਪੈਸਾ ਤੁਸੀਂ ਘਰ ਕੋਈ ਲੈ ਕੇ ਨਹੀਂ ਆਂਦੇ, ਦਾਨ ਵੰਡੀ ਜਾਓਗੇ ਤੇ ਸਾਡੀ ਗ੍ਰਸਤੀ ਕਿੱਦਾਂ ਚਲੇ ਜਾਏਗੀ? ਮਾਤਾ ਜੀ ਨੇ ਖਿਜਣਾ। ਮਾਤਾ ਜੀ ਨੇ ਆਪਣੀ ਮਾਤਾ ਜੀ ਨੂੰ ਗੁਰੂ ਸਾਹਿਬਾਨ ਦੀ ਸ਼ਿਕਾਇਤ ਲਗਾਣੀ, ਕਹਿਣਾ ਮਾਤਾ ਜੀ ਇਹ ਤੇ ਬੜੇ ਬਿਰਾਗੀ ਪੁਰਸ਼ ਨੇ, ਇਹ ਤੇ ਸਾਰਾ ਦਿਨ ਘਰ ਹੀ ਨਹੀਂ ਆਂਦੇ,
ਇਹ ਤੇ ਸਾਰੀ ਸਾਰੀ ਦਿਨ ਰਾਤ ਹੀ ਨਹੀਂ ਆਉਂਦੇ, ਇਹ ਤੇ ਦਾਨ ਵੰਡੀ ਜਾਂਦੇ ਨੇ, ਨਾ ਕੋਈ ਪੈਸਾ ਜੋੜਦੇ ਨੇ, ਨਾ ਕੁਝ ਕਰਦੇ ਨੇ, ਇਹ ਤੇ ਬਸ ਇਹ ਤੇ ਬੈਰਾਗੀ ਪੁਰਸ਼ ਨੇ। ਤੇ ਸੰਗਤ ਜੀ ਮਾਤਾ ਜੀ ਨੇ, ਉਹਨਾਂ ਦੀ ਮਾਤਾ ਸੁਲੱਖਣੀ ਜੀ ਦੀ ਮਾਤਾ ਜੀ ਨੇ ਆਣਾ, ਚੰਦਾ ਰਾਣੀ ਨੇ, ਉਹਨਾਂ ਨੇ ਆਣਾ, ਆ ਕੇ ਬੇਬੇ ਜੀ ਨੂੰ ਸ਼ਿਕਾਇਤਾਂ ਕਰਨੀਆਂ, ਪਾਤਸ਼ਾਹ ਨੂੰ ਉਹਨਾਂ ਨੇ ਲਾਮੇ ਦੇਣੇ। ਪਰ ਸੰਗਤ ਜੀ ਪਾਤਸ਼ਾਹ ਆਪ ਪਰਮੇਸ਼ਰ, ਪਾਤਸ਼ਾਹ ਦੀ ਸਹਿਨ ਸ਼ਕਤੀ ਬਹੁਤ ਹੀ ਵੱਡੀ ਸੀ। ਧੰਨ ਭਾਗ ਸੀਗੇ ਮਾਤਾ ਸੁਲੱਖਣੀ ਜੀ ਦੇ, ਜੋ ਉਹ ਪ੍ਰਭੂ ਪਰਮੇਸ਼ਵਰ ਦੇ ਉਹ ਮਹਿਲ ਬਣੇ, ਉਹ ਮਹਿਲ ਬਣੇ। ਪਰ ਸੰਗਤ ਜੀ ਐਨੀ ਵੱਡੀ ਦਾਤ ਸਾਂਭਣ ਵਾਸਤੇ ਪਾਤਸ਼ਾਹ ਦੀ ਮਹਿਲ, ਪਾਤਸ਼ਾਹ ਦੇ ਮਹਿਲ, ਉਹਨਾਂ ਦੀ ਬਹੁਤ ਵੱਡੀ ਕਮਾਈ ਸੀ ਮਾਤਾ ਸੁਲੱਖਣੀ ਜੀ ਦੇ, ਜੋ ਉਹ ਗੁਰੂ ਸਾਹਿਬ ਦੇ ਮਹਿਲ ਬਣੇ, ਉਹ ਪਰਮੇਸ਼ਵਰ ਦੇ ਮਹਿਲ ਬਣੇ। ਪਰ ਸੰਗਤ ਜੀ ਜਿੰਨੀ ਵੱਡੀ ਦਾਤ ਹੋਏ ਓਨਾ ਹੀ ਵੱਡਾ ਸ਼ਰਧਾ ਵਾਲਾ ਭਾਂਡਾ ਚਾਹੀਦਾ ਹੈ, ਤਾਂ ਕਿ ਉਹ ਸਾਂਭਣ ਵਾਸਤੇ ਓਨਾ ਵੱਡਾ ਸ਼ਰਧਾ ਵਾਲਾ ਭਾਂਡਾ ਚਾਹੀਦਾ ਹੈ। ਬੇਬੇ ਜੀ ਨੇ ਮਾਤਾ ਜੀ ਨੂੰ ਬਾਰ-ਬਾਰ ਸਮਝਾਣਾ, ਮਾਤਾ ਸੁਲੱਖਣੀ ਜੀ ਨੂੰ ਬਾਰ-ਬਾਰ ਸਮਝਾਣਾ ਬੇਬੇ ਨਾਨਕੀ ਜੀ ਨੇ, ਵੇਖ ਤੇਰਾ ਪਤੀ ਜੋ ਹੈ ਨਾ ਉਹ ਕੋਈ ਆਮ ਪੁरुष नहीं है, तेरा पति परमेश्वर है। संगत जी धन ने बेबे नानकी जी जिन्हां दी शरदा एक रस रही, अडोल रही। गुरु साहिब ने बेबे जी नूं कहना, भैण तैनूं पता है असीं ते कई जन्मां तो भैण भरा तुरे आ रहे हां, असीं ते कई जन्मां तो भैण भरा तुरे आ रहे हां। पर संगत जी बेबे नानकी जी ने भी गुरु साहिबान नूं सब तो पहली बार पछाणिया। पर संगत जी पछाणन वास्ते भी कमाई दी लोड़ हुंदी है, ओनू ही सोझी आंदी है जिहदे उत्ते आप पातशाह परमेश्वर दयावान होए। पातशाह ने भी मेहर कीती, माता सुलखणी जी ते भी मेहर कीती, उन्हां दे भी हिरदे शांत होया। उन्हां नूं भी हौली हौली बेबे नानकी जी भी उन्हां नूं समझांदे सी, और पातशाह ने आप उन्हां उत्ते मेहर कीती, किरपा कीती कि माता जी नूं जल्दी सोझी पै गई, और उन्हां ने भी पातशाह दे रंग दे विच रंगना शुरू हो गए। हौली हौली करदियां उन्हां नूं भी पातशाह दे सुभाव दा पता लग गया, और वो भी दान पुण्य वाल लग गए, दान पुण्य वाल लग गए। समय पाके संगत जी उन्हां दे विच उन्हां दा भी सुभाव पातशाह दे सुभाव दे नाल मिलण लग गया। फिर वो इन्ने नम्र हो गए कि उन्हां ने, हालांकि उन्हां दे विआह दे विच उन्हां दे पिता जी ने बड़े दास दासियां दिते सी, पर उन्हां ने फिर अपने हत्थीं पातशाह दी सेवा करनी, अपने हत्थीं उन्हां वास्ते प्रशादा तैयार करना, अपने हत्थीं उन्हां दी सारी सेवा करनी। किसी नौकर चाकर नूं ਉਹ ਉਹਨਾਂ ਦੀ सेवा दे विच नहीं लगांदे हुंदे सी। हुण ਉਹਨਾਂ 'ਚ ਇੰਨੀ ਨਿਮਰਤਾ आ गई सी। संगत जी समय बीतते इस तरह ही ਉਹਨਾਂ ਦੇ रंग दे विच माता जी भी रंगे गए। समय बीते पातशाह दी उम्र हो गई 32 साल। इन्ने सालों के विच पातशाह ने करोड़ां जाणियां नूं जीवां नूं तारिया, करोड़ां जाणियां नूं तारिया पातशाह ने। कर दे 32 साल की पातशाह की शरीरिक आयु हो गई, उम्र हो गई। हुण पातशाह दे घर खुशी आई, बाबा श्री चंद जी का आगमन होया। बाबा श्री चंद जी का जदों आगमन होया, बेबे नानकी जी इन्ने खुश होए, मेरे वीर दा परिवार वधिया है, मेरे वीर दा परिवार वधिया है। इन्नियां खुशियां मनाइयां गईयां, इन्ने उत्साह बनाए गए। संगत जी पातशाह ते पहलां ही बड़े दान पुण्य वंडदे हुंदे सी, हुण ते दरवाजे ते बाहर होर भी दुगनी तिगनी भीड़ हो गई वधाई लैण वालियां दी। माता जी बेबे जी ने दरवाजे दे उत्ते पत्ते बन्ने। संगत जी पत्ते उस टाइम बंदे सी कि मच्छर वगैरह घर च ना आण, निम दे पत्ते बनते हुंदे सी। माता जी ने सारे प्रबंध किए, बेबे नानकी जी ने सारे प्रबंध किए, सारियां खुशियां मनाइयां। वो ते फुल्ले ना समान कि मेरे वीर दे घर दे विच खुशी आई है।
ਮਾਤਾ ਸੁਲੱਖਣੀ ਜੀ ਦੇ ਨਾਲ ਆਪ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਪ ਨਵਾਣਾ ਧਿਆਣਾ ਤਿਆਰ ਕਰਾਣਾ। ਔਰ ਬਾਬਾ ਸ਼੍ਰੀ ਚੰਦ ਜੀ ਦਾ ਸ਼੍ਰੀ ਚੰਦ ਜੀ ਨਾਮ ਪਾਤਸ਼ਾਹ ਨੇ ਆਪ ਆਪਣੇ ਪੁੱਤਰ ਦਾ ਨਾਮ ਸ਼੍ਰੀ ਚੰਦ ਰੱਖਿਆ। ਭੇਜਿਆ ਗਿਆ, ਸੁਨਾ ਭੇਜਿਆ ਗਿਆ ਕਿ ਜਾ ਕੇ ਤਲਵੰਡੀ ਵੀ ਜਾ ਕੇ ਦੱਸ ਕੇ ਆਓ ਕਿ ਤੁਸੀਂ ਦਾਦਾ ਦਾਦੀ ਬਣ ਗਏ ਹੋ। ਸੰਗਤ ਜੀ ਉੱਥੇ ਵੀ ਬੜੀਆਂ ਖੁਸ਼ੀਆਂ ਹੋਈਆਂ, ਬਹੁਤ ਖੁਸ਼ੀਆਂ ਹੋਈਆਂ। ਉੱਥੋਂ ਵੀ ਸਾਰੇ ਜਾਣੇ ਨੇ ਚਾਲਾ ਪਾਤਾ ਸੁਲਤਾਨਪੁਰ ਆਉਣ ਵਾਸਤੇ ਕਿ ਅਸੀਂ ਆਪਣੇ ਜਾ ਕੇ ਪੋਤਰੇ ਦਾ ਮੂੰਹ ਦੇਖੀਏ, ਪੋਤਰੇ ਦੇ ਦਰਸ਼ਨ ਕਰੀਏ। ਪਰ ਸੰਗਤ ਜੀ ਪਾਤਸ਼ਾਹ ਦੇ ਘਰ ਸੰਤਾਨ ਬਣ ਕੇ ਪੈਦਾ ਹੋਣਾ ਵੀ ਇਹ ਕੋਈ ਜਪੀ ਤਪੀ ਹੀ ਹੁੰਦਾ ਹੈ, ਜੋ ਕਿ ਪਰਮੇਸ਼ਵਰ ਦੇ ਘਰ ਸੰਤਾਨ ਦੇ ਰੂਪ 'ਚ ਆਂਦਾ ਹੈ। ਬਾਬਾ ਜੀ ਵੀ ਬਹੁਤ ਜਪੀ ਤਪੀ ਉੱਚੀ ਰੂਹ ਬ੍ਰਹਮ ਗਿਆਨੀ, ਜੋ ਵੀ ਉਹਨਾਂ ਦਾ ਨੂਰਾਨੀ ਚਿਹਰਾ ਦੇਖਦਾ, ਬਾਲਕ ਦਾ ਨੂਰਾਨੀ ਚਿਹਰਾ ਦੇਖਦਾ, ਬਸ ਜੀ ਉਹਨਾਂ ਦੇ ਨੂਰ ਦੇ ਉੱਤੇ ਉਹ ਮੋਹਿਤ ਹੋ ਜਾਂਦਾ। ਦਾਦਾ ਦਾਦੀ ਆ ਗਏ, ਸਾਰਿਆਂ ਨੇ ਆ ਕੇ, ਮਾਤਾ ਜੀ ਨੇ ਪਹਿਲਾਂ, ਮਾਤਾ ਤ੍ਰਿਪਤਾ ਜੀ ਨੇ ਆ ਕੇ ਪਹਿਲਾਂ ਤੇ ਆਪਣੇ ਪੁੱਤਰ ਨੂੰ ਪਿਆਰ ਕੀਤਾ, ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪਿਆਰ ਕੀਤਾ, ਫਿਰ ਆਪਣੇ ਪੋਤਰੇ ਨੂੰ ਪਿਆਰ ਕੀਤਾ। ਮਾਇਆ ਉੱਤੋਂ ਵਾਰੀ ਗਰੀਬਾਂ 'ਚ ਦਾਨ ਦਿੱਤਾ। ਸੰਗਤ ਜੀ ਦਾਨ ਦੇ ਕੇ ਹੁਣ ਕਰਦੇ ਕਰਾਂਦੇ 1 ਸਾਲ ਦੇ ਬਾਬਾ ਜੀ ਹੋ ਗਏ। ਮਾਤਾ ਬੇਬੇ ਨਾਨਕੀ ਜੀ ਨੇ ਮਾਤਾ ਸੁਲੱਖਣੀ ਜੀ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਨੂੰ ਨਵਾਣਾ, ਤਿਆਰ ਕਰਨਾ, ਉਹਨਾਂ ਦੇ ਸਾਰੇ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਣਾ। ਇੱਕ ਦਿਨ ਬੇਬੇ ਨਾਨਕੀ ਜੀ ਦੇ ਮਨ ਦੇ ਵਿੱਚ ਫੁਰਨਾ ਆਇਆ। ਬੇਬੇ ਨਾਨਕੀ ਜੀ ਦੇ ਘਰ ਸੰਤਾਨ ਨਹੀਂ ਸੀ। ਬੇਬੇ ਨਾਨਕੀ ਜੀ ਦੇ ਘਰ ਫੁਰਨਾ, ਉਹਨਾਂ ਦੇ ਮਨ ਦੇ ਵਿੱਚ ਫੁਰਨਾ ਬਣਿਆ ਕਿ ਜੇ ਮੇਰੇ ਤੇ ਵੀ ਪਾਤਸ਼ਾਹ ਕਿਰਪਾ ਕਰ ਦੇਣ ਤੇ। ਪਰ ਅੰਤਰਜਾਮੀ ਪਾਤਸ਼ਾਹ, ਹਾਲੀ ਬੇਬੇ ਨਾਨਕੀ ਜੀ ਦੇ ਮਨ 'ਚ ਫੁਰਨਾ ਆਇਆ ਹੀ ਹੈ ਕਿ ਪਾਤਸ਼ਾਹ ਨੇ ਕੀ ਕਿਹਾ, ਬੇਬੇ ਨਾਨਕੀ ਜੀ ਦੀ ਝੋਲੀ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਪਾ ਦਿੱਤਾ। ਕਿਹਾ ਬੇਬੇ ਜੀ ਇਹ ਸਾਡਾ ਨਹੀਂ ਹੈ, ਇਹ ਤੁਹਾਡਾ ਹੀ ਹੈ। ਅੱਜ ਤੋਂ ਬਾਅਦ ਤੁਸੀਂ ਇਹਦੀ ਪਾਲਣਾ ਕਰੋਗੇ। ਉਹਨਾਂ ਨੂੰ ਆਪਣੀ ਗੋਦੀ 'ਚ ਲੈ ਕੇ ਬੇਬੇ ਨਾਨਕੀ ਜੀ ਫੁੱਲੇ ਨਾ ਸਮਾਣ। ਉਹ ਕਹਿੰਦੇ ਧੰਨੋ ਸੱਚੇ ਪਾਤਸ਼ਾਹ, ਤੁਸੀਂ ਤੇ ਹਰ ਇੱਕ ਦੀਆਂ ਦਿਲਾਂ ਦੀਆਂ ਵੀ ਜਾਣਦੇ ਹੋ। ਤੁਸੀਂ ਧੰਨੋ ਸੱਚੇ ਪਾਤਸ਼ਾਹ, ਤੁਸੀਂ ਤੇ ਸਾਰਿਆਂ ਦੇ ਦਿਲਾਂ ਦੀ ਜਾਣਦੇ ਹੋ। ਸੰਗਤ ਜੀ ਇੰਨੀ ਖੁਸ਼ੀ ਮਨਾਈ। ਔਰ ਉਸ ਤੋਂ ਬਾਅਦ ਬੇਬੇ ਨਾਨਕੀ ਜੀ ਨੇ ਆਪਣੇ ਮਨ ਦੇ ਵਿੱਚ ਕੋਈ ਵੀ ਸੰਸਾਰਿਕ ਫੁਰਨਾ ਲਿਆਣਾ ਬੰਦ ਕਰ ਦਿੱਤਾ। ਸੰਸਾਰਿਕ ਫੁਰਨਾ ਉਸ ਤੋਂ ਬਾਅਦ ਬੇਬੇ ਨਾਨਕੀ ਜੀ ਦੇ ਮਨ ਦੇ ਵਿੱਚ ਆਇਆ ਹੀ ਨਹੀਂ। ਔਰ ਪਾਤਸ਼ਾਹ ਨੇ ਕਿਹਾ ਕਿ ਬੇਬੇ ਜੀ ਇਹ ਬਾਬਾ ਸ਼੍ਰੀ ਚੰਦ ਜੀ ਇਹ ਸਾਡੇ ਨਹੀਂ, ਇਹ ਤੁਹਾਡੇ ਪੁੱਤਰ ਨੇ। ਅੱਜ ਤੋਂ ਬਾਅਦ ਤੁਸੀਂ ਹੀ ਇਹਨਾਂ ਦੀ ਦੇਖ ਰੇਖ ਕਰੋਗੇ। ਔਰ ਸੰਗਤ ਜੀ ਮਾਤਾ ਤੋਂ ਜ਼ਿਆਦਾ ਬੇਬੇ ਨਾਨਕੀ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਪਿਆਰ ਕੀਤਾ। ਉਹਨਾਂ ਦੀ ਲਾਲਨਾ ਪਾਲਣਾ ਉਹਨਾਂ ਨੇ ਆਪ ਕੀਤੀ। ਸੰਗਤ ਜੀ ਚਾਰੋਂ ਪਾਸੇ ਖੁਸ਼ੀਆਂ ਹੀ ਖੁਸ਼ੀਆਂ। ਹੁਣ ਸੰਗਤ ਜੀ ਇੱਥੇ ਤੱਕ ਪਾਤਸ਼ਾਹ ਦੀ ਸੰਸਾਰਿਕ ਜਿਹੜੀ ਕਥਾ ਸੀ, ਉਹ ਇੱਥੋਂ ਤੱਕ ਸੰਸਾਰਿਕ ਕਥਾ ਸਮਾਪਤ ਹੁੰਦੀ ਹੈ। ਹੁਣ ਅੱਗੇ ਤੋਂ ਕਥਾਵਾਂ ਸ਼ੁਰੂ ਹੋਣਗੀਆਂ ਗੁਰਸਿੱਖਾਂ ਦੀਆਂ। ਇਸ ਲਈ ਸੰਗਤ ਜੀ ਅੱਜ ਮੈਂ ਥੋੜਾ ਜਿਹਾ ਸਮੇਂ ਜ਼ਿਆਦਾ ਲੈ ਲਿਆ ਤੇ ਸੰਗਤ ਜੀ ਮਾਫ ਕਰ ਦੇਣਾ, ਥੋੜਾ ਸਮੇਂ ਮੈਂ ਜ਼ਿਆਦਾ ਲੈ ਲਿਆ ਸੀ। ਤੇ ਸੰਗਤ ਜੀ ਅੱਜ ਹੁਣ ਸ਼ਬਦ ਪੜ੍ਹਦੇ ਹਾਂ, ਆਓ ਮਿਲ ਕੇ।
सुनीजै तेरा, कृपा करे ता पीवा। अमृत नाम सुनीजै तेरा, कृपा करे ता पीवा, कृपा करे ता पीवा। दर्शन तेरे सुन प्रभ मेरे, निमक दृष्ट पिख जीवा। दर्शन तेरे सुन प्रभ मेरे, निमक दृष्ट पिख जीवा, निमक दृष्ट पिख जीवा। निमक दृष्ट पिख जीवा, निमक दृष्ट पिख जीवा। अमृत नाम सुनीजै तेरा, कृपा करे ता पीवा। अमृत नाम सुनीजै तेरा, कृपा करे ता पीवा, कृपा करे ता पीवा। एहो तन मन तेरा, सब गुण तेरे, खनिए वंजा दर्शन तेरे। एह तन मन तेरा, सब गुण तेरे, खनिए वंजा दर्शन तेरे, खनिए वंजा दर्शन तेरे। खनिए वंजा दर्शन तेरे, खनिए वंजा दर्शन तेरे। अमृत नाम सुनीजै तेरा, कृपा करे ता पीवा। अमृत नाम सुनीजै तेरा, कृपा करे ता पीवा, कृपा करे ता पीवा। आस प्यासी पिर कहताई, ज्यों चात्रिक बुंदे रे। आस प्यासी पिर कहताई, ज्यों चात्रिक बुंदे रे। कहो नानक जेड़ा बलिहारी, देहो दरस प्रभ मेरे। कहो नानक जेड़ा बलिहारी, देहो दरस प्रभ मेरे। देहो दरस प्रभ मेरे, देहो दरस प्रभ मेरे, देहो दरस प्रभ मेरे। अमृत नाम सुनीजै तेरा, कृपा करे ता पीवा। अमृत नाम सुनीजै तेरा, कृपा करे ता पीवा, कृपा करे ता पीवा, कृपा करे ता पीवा, कृपा करे ता पीवा, कृपा करे ता पीवा। वाहिगुरु। श्लोक। पवन गुरु पाणी पिता, माता तरत महत, दिवस रात दोय दाई ताया, खेले सगल जगत। चंगियां या बुराइयां वाचे धर्म दूर, करमी आपो अपनी के नेड़े के दूर। जिनी नाम त्याया गए मुशक्कत काल, नानक ते मुख उजले केती छुट्टी नाल। जिनी नाम त्याया गए मुशक्कत काल, नानक ते मुख उजले केती छुट्टी नाल। वाहिगुरु जी का खालसा, वाहिगुरु जी की फतेह। संगत जी, बेअंत गलतियां भुल्लां चुकां बेदबियां हो जांदियां ने। गुरु और संगत बख्शण जोग है। बख्श लेना, बख्श लेना, बख्श लेना। वाहिगुरु जी का खालसा, वाहिगुरु जी की फतेह। वाहिगुरु जी का